ਡੀਅਰ ਸਟੂਡੈਂਟਸ ਵੈਲਕਮ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਰਿਕਮੈਂਡੇਸ਼ਨਸ ਆਫ ਨੈਸ਼ਨਲ ਐਜੂਕੇਸ਼ਨ ਕਮਿਸ਼ਨ 1964 ਟੂ 66। ਇਸ ਕਮਿਸ਼ਨ ਦਾ ਦੂਸਰਾ ਨਾਂ ਕੋਠਾਰੀ ਕਮਿਸ਼ਨ ਵੀ ਹੈ, ਕਿਉਂਕਿ ਇਹਦੇ ਜਿਹੜੇ ਹੈੱਡ ਸੀ ਮੇਨ, ਉਹਨਾਂ ਦਾ ਨਾਂ ਸੀ ਡਾਕਟਰ ਦੌਲਤ ਸਿੰਘ ਕੋਠਾਰੀ, ਡੀਐਸ ਕੋਠਾਰੀ। ਇਸ ਕਰਕੇ ਉਹਨਾਂ ਦੇ ਨਾਮ ਨਾਲ ਵੀ ਇਸ ਕਮਿਸ਼ਨ ਨੂੰ ਜਾਣਿਆ ਜਾਂਦਾ ਹੈ ਕੋਠਾਰੀ ਕਮਿਸ਼ਨ। ਜਿਹੜੇ ਇਸ ਤੋਂ ਪਹਿਲਾਂ ਵਾਲੇ ਕਮਿਸ਼ਨ ਬਣੇ ਸੀ, ਜਿਵੇਂ ਕਿ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ 1948 ਟੂ 49, ਸੈਕੰਡਰੀ ਐਜੂਕੇਸ਼ਨ ਕਮਿਸ਼ਨ 1952 ਟੂ 53, ਇਹ ਦੋਵੇਂ ਹੀ ਸਿੱਖਿਆ ਦੇ ਖਾਸ ਪੱਧਰ ਤੱਕ ਸੀਮਿਤ ਸੀ। ਜਿਵੇਂ ਕਿ ਨਾਂ ਤੋਂ ਹੀ ਕਲੀਅਰ ਹੈ, ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਯੂਨੀਵਰਸਿਟੀ ਦੀ ਐਜੂਕੇਸ਼ਨ ਨਾਲ ਰਿਲੇਟਡ ਸੀ। ਸੈਕੰਡਰੀ ਐਜੂਕੇਸ਼ਨ ਕਮਿਸ਼ਨ ਸੈਕੰਡਰੀ ਸਿੱਖਿਆ ਦੇ ਨਾਲ ਸੰਬੰਧਿਤ ਹੀ ਰਿਕਮੈਂਡੇਸ਼ਨ ਦਿੱਤੀਆਂ ਸੀ। ਜਿਹੜੇ ਸੀ ਇਸ ਕਮਿਸ਼ਨ ਦੀ ਗੱਲ ਕਰਾਂਗੇ, ਨੈਸ਼ਨਲ ਐਜੂਕੇਸ਼ਨ ਕਮਿਸ਼ਨ 1964 ਟੂ 66, ਇਹਦੇ ਵਿੱਚ ਜਿਹੜੀ ਆਲ ਓਵਰ ਐਜੂਕੇਸ਼ਨ ਆ ਉਹਦੇ ਬਾਰੇ ਗੱਲ ਕੀਤੀ ਗਈ ਹੈ। ਸਭ ਤੋਂ ਜਿਹੜਾ ਮੇਨ ਹੈਡਿੰਗ ਇਹਦੇ ਵਿੱਚ ਪਹਿਲਾ ਉਹ ਹੈ ਐਜੂਕੇਸ਼ਨ ਲੈਡਰ, ਮੀਨਜ਼ ਸਿੱਖਿਆ ਦੀ ਪੌੜੀ, ਕਿਹੜੇ ਕਿਹੜੇ ਸਟੈਪਸ ਦੇ ਨਾਲ ਬੱਚੇ ਨੇ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਕੰਪਲੀਟ ਕਰਨੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਪ੍ਰੀ ਪ੍ਰਾਇਮਰੀ 1 ਤੋਂ 3 ਸਾਲ ਦੀ ਹੋਏਗੀ, ਪ੍ਰਾਇਮਰੀ ਐਜੂਕੇਸ਼ਨ 7 ਸਾਲ ਦੀ ਹੋਏਗੀ। ਹੁਣ ਜਿਹੜੀ ਪ੍ਰਾਇਮਰੀ ਐਜੂਕੇਸ਼ਨ 7 ਸਾਲ ਦੀ, ਉਹਦੇ ਵਿੱਚ ਲੋਅਰ ਪ੍ਰਾਇਮਰੀ 4 ਸਾਲ ਦੀ ਅਤੇ ਅਪਰ ਪ੍ਰਾਇਮਰੀ 3 ਸਾਲ ਦੀ, ਇਹ ਕੁੱਲ ਮਿਲਾ ਕੇ ਹੋ ਗਿਆ 7 ਸਾਲ। ਫਿਰ ਲੋਅਰ ਸੈਕੰਡਰੀ 3 ਸਾਲ, ਹਾਇਰ ਸੈਕੰਡਰੀ 2 ਸਾਲ ਦੀ ਹੋਏਗੀ। ਹਾਇਰ ਐਜੂਕੇਸ਼ਨ ਜਿਹੜੀ ਹੈਗੀ ਉਹ 3 ਸਾਲ ਦਾ ਪਹਿਲਾ ਜਿਹੜਾ ਡਿਗਰੀ ਕੋਰਸ ਹੈ ਉਹ ਹੋਏਗਾ। ਫਿਰ ਏਜ ਐਟ ਦਾ ਟਾਈਮ ਆਫ ਐਡਮਿਸ਼ਨ 5 ਈਅਰਸ, ਮੀਨਜ਼ ਜਦੋਂ ਬੱਚੇ ਨੇ ਐਡਮਿਸ਼ਨ ਲੈਣੀ ਹੈ ਤਾਂ ਉਹ 5 ਸਾਲ ਦਾ ਹੋ ਚੁੱਕਿਆ ਹੋਵੇ ਅਤੇ 6ਵਾਂ ਸਾਲ ਉਹਨੂੰ ਲੱਗਿਆ ਹੋਵੇ ਬੱਚੇ ਨੂੰ। ਜਨਰਲ ਐਜੂਕੇਸ਼ਨ ਸਾਰਿਆਂ ਦੇ ਲਈ ਇਕੁਅਲ ਹੋਣੀ ਚਾਹੀਦੀ ਹੈ ਅਤੇ ਉਹ ਪਹਿਲੀ 10 ਸਾਲਾਂ ਦੀ, ਮੀਨਜ਼ ਫਸਟ ਤੋਂ ਲੈ ਕੇ 10 ਤੱਕ ਜਿਹੜੀ ਐਜੂਕੇਸ਼ਨ ਆ ਉਹ ਜਨਰਲ ਐਜੂਕੇਸ਼ਨ ਸਾਰਿਆਂ ਦੀ ਅਤੇ ਇਕੁਅਲ ਹੀ ਹੋਣੀ ਜ਼ਰੂਰੀ ਹੈ। ਨੈਕਸਟ ਹੈ ਫਸਟ ਪਬਲਿਕ ਐਗਜ਼ਾਮ ਕਦੋਂ ਹੋਏਗਾ? ਆਫਟਰ 10th, 10ਵੀਂ ਤੋਂ ਬਾਅਦ ਜਿਹੜਾ ਪਹਿਲਾ ਪਬਲਿਕ ਐਗਜ਼ਾਮ ਹੈ ਉਹ ਹੋ ਸਕਦਾ ਹੈ। ਹੁਣ ਅਸੀਂ ਗੱਲ ਕਰਾਂਗੇ ਜਿਹੜਾ ਸੈਕਿੰਡ ਪੁਆਇੰਟ ਹੈ ਸਕੂਲ ਕਰੀਕੁਲਮ, ਸਕੂਲ ਦਾ ਜਿਹੜਾ ਪਾਠਕ੍ਰਮ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਹੈ ਕਰੀਕੁਲਮ ਫॉर ਲੋਅਰ ਪ੍ਰਾਇਮਰੀ ਐਜੂਕੇਸ਼ਨ 1st ਟੂ 4th। ਇਹਨਾਂ ਨੇ ਇੱਕ ਮਾਤ ਭਾਸ਼ਾ ਪੜ੍ਹਨੀ ਹੈ ਅਤੇ ਇੱਕ ਖੇਤਰੀ ਭਾਸ਼ਾ, ਮੈਥ ਹੋਣਾ ਚਾਹੀਦਾ ਹੈ, ਵਾਤਾਵਰਨ ਸਿੱਖਿਆ, ਕੋਈ ਕਿਰਿਆਤਮਕ ਕਿਰਿਆ, ਕੋਈ ਵਰਕ ਐਕਸਪੀਰੀਅੰਸ ਦੇ ਨਾਲ ਰਿਲੇਟਡ ਅਤੇ ਜਿਹੜੀ ਫਿਜ਼ੀਕਲ ਐਜੂਕੇਸ਼ਨ ਹੈ ਇਹ ਸਬਜੈਕਟ 1st ਤੋਂ 4th ਤੱਕ ਹੋਣਗੇ। ਨੈਕਸਟ ਹੈ 4th ਟੂ 7th, ਇਹਦੇ ਵਿੱਚ ਬੱਚੇ 2 ਭਾਸ਼ਾਵਾਂ ਪੜ੍ਹਨਗੇ, ਪਹਿਲੀ ਹੈਗੀ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ, ਫਿਰ ਦੂਸਰੀ ਹੈ ਹਿੰਦੀ ਜਾਂ ਅੰਗਰੇਜ਼ੀ। ਫਿਰ ਸਾਇੰਸ, SST, ਮੈਥਸ, ਵਰਕ ਐਕਸਪੀਰੀਅੰਸ, ਫਿਜ਼ੀਕਲ ਐਜੂਕੇਸ਼ਨ, ਆਰਟ, ਮੋਰਲ ਅਤੇ ਸਪਿਰਿਚੁਅਲ ਐਜੂਕੇਸ਼ਨ। ਨੈਕਸਟ ਹੈ 8th ਟੂ 10th, ਕਿਸ ਤਰ੍ਹਾਂ ਦਾ ਕਰੀਕੁਲਮ ਹੋਏਗਾ, ਕਿਹੜੇ ਸਬਜੈਕਟ ਬੱਚੇ ਪੜ੍ਹਨਗੇ? 3 ਭਾਸ਼ਾਵਾਂ ਪੜ੍ਹਨਗੇ, ਪਹਿਲੀ ਹੋਏਗੀ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ, ਹਿੰਦੀ ਹੋਏਗੀ ਫਿਰ ਅਤੇ ਇੰਗਲਿਸ਼। ਇਸ ਤੋਂ ਬਿਨਾਂ ਬੱਚੇ ਇਤਿਹਾਸ, ਭੂਗੋਲ ਅਤੇ ਨਾਗਰਿਕ ਸ਼ਾਸਤਰ ਪੜ੍ਹਨਗੇ, ਸਾਇੰਸ, ਮੈਥਸ, ਫਿਜ਼ੀਕਲ ਐਜੂਕੇਸ਼ਨ, ਵਰਕ ਐਕਸਪੀਰੀਅੰਸ, ਆਰਟ, ਮੋਰਲ ਅਤੇ ਸਪਿਰਿਚੁਅਲ ਐਜੂਕੇਸ਼ਨ। ਫਿਰ ਕਰੀਕੁਲਮ ਫॉर ਹਾਇਰ ਐਜੂਕੇਸ਼ਨ, ਬੱਚੇ ਕੋਈ 2 ਭਾਸ਼ਾਵਾਂ ਪੜ੍ਹਨਗੇ, ਕੋਈ ਆਧੁਨਿਕ ਭਾਰਤੀ ਭਾਸ਼ਾ ਜਾਂ ਕੋਈ ਜਿਹੜੀ ਵਿਦੇਸ਼ੀ ਭਾਸ਼ਾ ਜਾਂ ਕੋਈ ਜਿਹੜੀ ਕਲਾਸੀਕਲ ਭਾਸ਼ਾ ਉਹਨਾਂ ਦੇ ਵਿੱਚੋਂ, ਅਤੇ ਕੋਈ 3 ਸਬਜੈਕਟ ਚੂਜ਼ ਕਰਨਗੇ। ਜਿਵੇਂ ਕਿ ਤੁਸੀਂ ਸਾਰਿਆਂ ਨੇ BA ਦੇ ਵਿੱਚ 3 ਸਬਜੈਕਟ ਪੜ੍ਹੇ ਨੇ ਚੂਜ਼ ਕਰਕੇ, ਉਸੇ ਤਰੀਕੇ ਨਾਲ ਹੀ ਜਿਸ ਤਰ੍ਹਾਂ ਦਾ ਬੱਚਾ ਸਿੰਪਲ ਆਰਟਸ ਪੜ੍ਹ ਰਿਹਾ ਹੈ ਉਹਦੇ ਸਬਜੈਕਟ ਹੋਣਗੇ ਇਤਿਹਾਸ, ਇਕਨੋਮਿਕਸ, ਸੋਸ਼ੈਲੋਜੀ, ਆਰਟ, ਜੋਗਰਾਫੀ, ਸਾਈਕੋਲੋਜੀ, ਮੈਥਸ, ਹੋਮ ਸਾਇੰਸ। ਤਾਂ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਨੇ ਉਹ 3 ਸਬਜੈਕਟ ਚੂਜ਼ ਕਰਨਗੇ। ਫਿਰ ਵਰਕ ਐਕਸਪੀਰੀਅੰਸ ਐਂਡ ਸੋਸ਼ਲ ਸਰਵਿਸ, ਫਿਜ਼ੀਕਲ ਐਜੂਕੇਸ਼ਨ, ਆਰਟ ਅਤੇ ਮੋਰਲ ਐਂਡ ਸਪਿਰਿਚੁਅਲ ਐਜੂਕੇਸ਼ਨ। ਫਿਰ ਹੈ 3 ਲੈਂਗੁਏਜ ਫਾਰਮੂਲਾ। 3 ਲੈਂਗੁਏਜ ਫਾਰਮੂਲੇ ਦੇ ਵਿੱਚ ਬੱਚੇ ਨੇ ਜਿਹੜੀਆਂ 3 ਭਾਸ਼ਾਵਾਂ ਨੇ ਉਹਨਾਂ ਨੂੰ ਪੜ੍ਹਨਾ ਹੈ। ਸਭ ਤੋਂ ਪਹਿਲਾਂ ਹਿੰਦੀ ਐਜ਼ ਅ ਨੈਸ਼ਨਲ ਲੈਂਗੁਏਜ, ਇਹ ਪੜ੍ਹਨਾ ਬੱਚੇ ਨੇ ਅਤੇ ਇਹ ਜ਼ਰੂਰ ਪੜ੍ਹਾਈ ਜਾਣੀ ਚਾਹੀਦੀ ਹੈ, ਨਾਲ ਇਹ ਵੀ ਮੈਂਸ਼ਨ ਕੀਤਾ ਗਿਆ। ਇੰਗਲਿਸ਼, ਦੂਸਰੀ ਇੰਗਲਿਸ਼ ਹੈ ਭਾਸ਼ਾ ਅਤੇ ਇਹਦਾ ਵੀ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਬਹੁਤ ਮਹੱਤਵ ਹੈ, ਇਸ ਕਰਕੇ ਇੰਗਲਿਸ਼ ਲੈਂਗੁਏਜ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ। ਅਤੇ ਨਾਲ ਨਾਲ ਜਿਹੜੀ ਭਾਸ਼ਾ ਬੱਚੇ ਦੀ ਸਟੇਟ ਦੀ ਹੈ, ਖੇਤਰੀ ਭਾਸ਼ਾ, ਉਹ ਉਹਨੇ ਪੜ੍ਹਨੀ ਹੈ। ਤਿੰਨੋਂ ਭਾਸ਼ਾਵਾਂ ਜ਼ਰੂਰ ਪੜ੍ਹਨੀਆਂ ਨੇ। ਅਤੇ ਜੇਕਰ ਬੱਚਾ ਕੋਈ ਵੀ ਚੌਥੀ ਭਾਸ਼ਾ ਪੜ੍ਹਨੀ ਚਾਹੁੰਦਾ, ਇਹ ਉਹਦੀ ਇੱਛਾ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਮੀਨਸ ਕਈ ਥਾਵਾਂ 'ਤੇ ਜਿਵੇਂ ਹੁੰਦਾ ਹੈ ਨਾ ਸੰਸਕ੍ਰਿਤ, ਉਰਦੂ ਵਗੈਰਾ, ਤਾਂ ਬੱਚੇ ਉਹਨੂੰ ਉਸ ਤਰੀਕੇ ਨਾਲ ਪੜ੍ਹ ਸਕਦੇ ਨੇ। ਨੈਕਸਟ ਹੈ ਰਿਫੋਰਮਸ ਇਨ ਕਰੀਕੁਲਮ, ਜਿਹੜੇ ਕਰੀਕੁਲਮ ਹੈ ਉਹਦੇ ਵਿੱਚ ਵੀ ਸੁਧਾਰ ਕਰਨ ਦੇ ਲਈ ਸੁਝਾਅ ਦਿੱਤੇ ਨੇ। ਸਭ ਤੋਂ ਪਹਿਲੇ ਗੱਲ, ਜਿਹੜਾ ਪਾਠਕ੍ਰਮ ਹੈ ਉਹਦੇ ਵਿੱਚ ਹੋਰ ਖੋਜਾਂ ਹੋਣੀਆਂ ਚਾਹੀਦੀਆਂ ਨੇ, ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਖੋਜਾਂ ਨੂੰ। ਅਤੇ ਜਿਹੜੇ ਇਨ ਸਰਵਿਸ ਐਜੂਕੇਸ਼ਨ ਹੈ, ਮੀਨਜ਼ ਜਿਹੜੇ ਟੀਚਰ ਜੋਬ ਕਰ ਰਹੇ ਨੇ ਉਹਨਾਂ ਨੂੰ
इन सर्विस जी ट्रेनिंग है वह भी देनी है। ਜਿਹੜੀਆਂ ਟੈਕਸਟ ਬੁੱਕਸ ਨੇ ਤੇ ਟੀਚਿੰਗ ਲਰਨਿੰਗ ਮਟੀਰੀਅਲ ਹੈ ਉਹ ਵੀ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਰੀਓਰੀਐਂਟ ਕਰਨਾ ਹੈ। ਸਾਇੰਸ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਉੱਪਰ ਜ਼ੋਰ ਦੇਣਾ ਹੈ। ਨੈਕਸਟ ਹੈ ਟੈਕਸਟ ਬੁੱਕਸ ਬਾਰੇ ਗੱਲ ਕਰਾਂਗੇ ਹੁਣ ਅਸੀਂ। ਥਰਡ ਜਿਹੜਾ ਮੇਨ ਪੁਆਇੰਟ ਹੈ ਟੈਕਸਟ ਬੁੱਕਸ, ਇਹਦੇ ਵਿੱਚ ਹੈ ਸਭ ਤੋਂ ਪਹਿਲਾਂ ਪ੍ਰੋਗਰਾਮ ਐਟ ਨੈਸ਼ਨਲ ਲੈਵਲ। ਨੈਸ਼ਨਲ ਲੈਵਲ ਮੀਨਸ ਜਿਹੜੀਆਂ ਪਾਠ ਪੁਸਤਕਾਂ ਨੇ ਉਹਨਾਂ ਦਾ ਨੈਸ਼ਨਲ ਲੈਵਲ ਦੇ ਉੱਪਰ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ ਤੇ NCERT ਨੇ ਜਿਹੜੇ ਸਿਧਾਂਤ ਪੇਸ਼ ਕੀਤੇ ਨੇ ਉਹਨਾਂ ਦੇ ਆਧਾਰ ਤੇ ਜਿਹੜਾ ਉਹਨਾਂ ਦੇ ਉੱਪਰ ਅਮਲ ਹੈ ਜਾਂ ਉਹਨਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਅਡੋਪਟ ਕਰਨਾ ਜ਼ਰੂਰੀ ਹੈ। ਪ੍ਰੋਗਰਾਮ ਐਟ ਸਟੇਟ ਲੈਵਲ, ਸਟੇਟ ਲੈਵਲ 'ਤੇ ਵੀ ਕਿਹਾ ਵੀ ਜਿਹੜੇ ਸਰਕਾਰਾਂ ਨੇ ਉਹ ਐਫਰਟਸ ਕਰ ਸਕਦੀਆਂ ਨੇ, ਜਿਵੇਂ ਕਿ ਜਿਹੜਾ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਬੁੱਕਸ ਰੈਡੀ ਕਰਨੀਆਂ ਨੇ ਉਹ ਐਕਸਪਰਟ ਹੋਣਾ ਚਾਹੀਦਾ ਹੈ। ਐਜੂਕੇਸ਼ਨ ਡਿਪਾਰਟਮੈਂਟ ਨੇ ਪਾਠ ਪੁਸਤਕਾਂ ਦੀ ਤਿਆਰੀ ਕਰਨੀ ਹੈ ਅਤੇ ਉਹਨਾਂ ਦਾ ਇਵੈਲਿਊਸ਼ਨ ਕਰਨਾ ਹੈ ਅਤੇ ਜਿਹੜੇ ਪਾਠ ਪੁਸਤਕਾਂ ਦੇ ਵਿੱਚ ਸੁਧਾਰ ਨੇ ਉਹ ਲਗਾਤਾਰ ਹੋਣੇ ਜ਼ਰੂਰੀ ਨੇ ਅਤੇ ਜਿਹੜੀਆਂ ਬੁੱਕਸ ਨੇ ਉਹ ਨੋ ਲੋਸ ਅਤੇ ਨੋ ਪ੍ਰੋਫਿਟ ਦੇ ਆਧਾਰ 'ਤੇ ਬਣਾਈਆਂ ਜਾਣੀਆਂ ਚਾਹੀਦੀਆਂ ਨੇ। ਅਪਰੂਵਲ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਬੁੱਕਸ ਲਿਖਣੀਆਂ ਨੇ, ਟੈਕਸਟ ਬੁੱਕ ਤਿਆਰ ਕਰਨੀਆਂ ਨੇ। ਮਲਟੀਪਲ ਚੋਇਸ ਹੋਣੀ ਚਾਹੀਦੀ ਹੈ ਬੱਚਿਆਂ ਦੇ ਲਈ, ਕੋਈ ਇਹ ਨਹੀਂ ਹੈ ਕਿ ਬੱਚੇ ਸਿਰਫ ਇੱਕ ਬੁੱਕ ਹੀ ਪੜ੍ਹਨਗੇ। ਸੇਲ ਕਾਊਂਟਰ ਵੱਖ-ਵੱਖ ਏਰੀਆਜ਼ ਦੇ ਅਕੋਰਡਿੰਗ ਜਿਹੜੇ ਸੇਲ ਕਾਊਂਟਰ ਨੇ ਉਹ ਸਥਾਪਿਤ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਨੂੰ ਕਿਤਾਬਾਂ ਵਗੈਰਾ ਲੈਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਹੈਲਪ ਬੁੱਕਸ ਫॉर ਟੀਚਰਸ ਦੇ ਲਈ ਵੀ ਜਿਹੜੀਆਂ ਹੈਲਪ ਬੁੱਕਸ ਨੇ ਉਹ ਹੋਣੀਆਂ ਜ਼ਰੂਰੀ ਨੇ ਕਿਉਂਕਿ ਤਿਆਰ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਅਲੱਗ ਤੋਂ ਤਾਂ ਜੋ ਪਾਠ ਪੁਸਤਕ ਦੇ ਵਿੱਚ ਜੋ ਵੀ ਕਨਸੈਪਟ ਦਿੱਤਾ ਗਿਆ ਹੈ ਅਧਿਆਪਕ ਉਹਨੂੰ ਚੰਗੇ ਤਰੀਕੇ ਨਾਲ ਸਮਝ ਸਕਣ। ਨੈਕਸਟ ਹੈ ਫੋਰਥ ਪੁਆਇੰਟ ਟੀਚਰ ਬਾਰੇ ਕਿਹੜੀਆਂ ਰਿਕਮੈਂਡੇਸ਼ਨ ਦਿੱਤੀਆਂ। ਸਭ ਤੋਂ ਪਹਿਲੀ ਗੱਲ ਹੈ ਸਟਿਮੂਲਸ ਕੰਡੀਸ਼ਨ, ਜਿਹੜਾ ਮਾਹੌਲ ਹੈ ਉਤਸ਼ਾਹਜਨਕ ਹੋਣਾ ਚਾਹੀਦਾ ਹੈ ਵਿਦਿਅਕ ਸੰਸਥਾਵਾਂ ਦਾ ਜਿੱਥੇ ਕਿ ਅਧਿਆਪਕ ਨੇ ਕੰਮ ਕਰਨਾ ਹੈ। ਦੂਸਰਾ ਹੈ ਸਿਵਿਕ ਫਰੀडम ਆਫ ਟੀਚਰਸ, ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਗਰਿਕ ਅਧਿਕਾਰਾਂ ਪ੍ਰਤੀ ਪੂਰੀ ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਜਿਹੜੀ ਸਹੀ ਡਿਵੈਲਪਮੈਂਟ ਹੈ ਉਹ ਕਰ ਸਕਣ। ਉਹਨਾਂ ਨੂੰ ਜਿਹੜੀ ਪ੍ਰੋਫੈਸ਼ਨਲ ਟ੍ਰੇਨਿੰਗ ਹੈ ਉਹ ਵੀ ਟਾਈਮ ਟੂ ਟਾਈਮ ਦੇਣੀ ਜ਼ਰੂਰੀ ਹੈ। ਟੀਚਰ ਦਾ ਜਿਹੜਾ ਸਟੇਟਸ ਹੈ ਸੋਸਾਇਟੀ ਦੇ ਵਿੱਚ ਉਹਨੂੰ ਹੋਰ ਉੱਚਾ ਚੁੱਕਣ ਦੇ ਲਈ, ਉਹਦੇ ਵਿੱਚ ਸੁਧਾਰ ਕਰਨ ਦੇ ਲਈ ਜਿਹੜੇ ਐਫਰਟਸ ਨੇ ਉਹ ਵੀ ਕੀਤੇ ਜਾਣੇ ਚਾਹੀਦੇ ਨੇ। ਨੈਕਸਟ ਹੈ ਰਿਮੂਨਰੇਸ਼ਨ ਮੀਨਸ ਸੇਵਾ ਫਲ, ਅਧਿਆਪਕ ਨੇ ਜਿਹੜੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਲੋੜ ਅਨੁਸਾਰ ਹੈ ਉਹ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਪ੍ਰਮੋਸ਼ਨ, ਜਿਹੜੇ ਟੀਚਰ ਟ੍ਰੇਨਡ ਹੋ ਜਾਂਦੇ ਨੇ ਮੀਨਸ ਉਹ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਪੂਰੀ ਕਰਦੇ ਹਨ ਤਾਂ ਉਹਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਪ੍ਰਮੋਸ਼ਨ ਦਾ ਮੌਕਾ ਉਹ ਵੀ ਦਿੱਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਕੰਡੀਸ਼ਨ ਆਫ ਵਰਕ ਐਂਡ ਸਰਵਿਸ, ਕੰਮ ਕਰਨ ਦੀਆਂ ਜਿਹੜੀਆਂ ਸੇਵਾ ਸ਼ਰਤਾਂ ਨੇ ਉਹ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿਹੜਾ ਅਧਿਆਪਕ ਹੈ ਉਹ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਆਪਣੇ ਪੂਰੇ ਯਤਨ ਕਰੇ ਅਤੇ ਉਹਨਾਂ ਨੂੰ ਆਪਣੀ ਜਿਹੜੀ ਪ੍ਰੋਫੈਸ਼ਨਲ ਐਫੀਸ਼ੀਐਂਸੀ ਹੈ ਕਿੱਤਾ ਮੁਖੀ ਯੋਗਤਾ ਵਧਾਉਣ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ ਅਤੇ ਕੰਮ ਕਰਨ ਦੇ ਜਿਹੜੇ ਘੰਟੇ ਨੇ ਉਹ ਵੀ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਨੇ ਅਤੇ ਜਿਹੜੀ ਰਿਟਾਇਰਮੈਂਟ ਦੀ ਏਜ ਹੈ ਉਹ ਵੀ ਫਿਕਸ ਹੋਣੀ ਚਾਹੀਦੀ ਹੈ। ਨੈਕਸਟ ਹੈ ਟੀਚਰ ਐਜੂਕੇਸ਼ਨ ਬਾਰੇ ਜੋ ਰਿਕਮੈਂਡੇਸ਼ਨ ਦਿੱਤੀਆਂ ਉਹ ਦੱਸ ਰਿਹਾ ਹਾਂ ਤੁਹਾਨੂੰ। ਫਸਟ ਹੈ ਇੰਪੋਰਟੈਂਟ ਏਰੀਆ ਆਫ ਐਜੂਕੇਸ਼ਨਲ ਡਿਵੈਲਪਮੈਂਟ, ਐਜੂਕੇਸ਼ਨ ਕੀ ਹੈ ਸਭ ਤੋਂ ਇੰਪੋਰਟੈਂਟ ਏਰੀਆ ਹੈ। ਇੰਪੋਰਟੈਂਟ ਏਰੀਆ ਮੀਨਸ ਪੂਰੇ ਜੇਕਰ ਅਸੀਂ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਤਾਂ ਹਰੇਕ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਅਤੇ ਐਜੂਕੇਸ਼ਨ ਦੀ ਜੇਕਰ ਸਕਸੈਸਫੁਲੀ ਦਿੱਤੀ ਜਾ ਰਹੀ ਹੈ ਤਾਂ ਜਿਹੜੇ ਉਦੇਸ਼ ਨੇ ਉਹ ਅਸੀਂ ਸਹੀ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ। ਰਿਮੂਵਿੰਗ ਦਾ ਆਈਸੋਲੇਸ਼ਨ ਆਫ ਟੀਚਰ ਐਜੂਕੇਸ਼ਨ, ਜਿਹੜੀ ਟੀਚਰ ਐਜੂਕੇਸ਼ਨ ਉਹਦਾ ਵਖਰੇਵਾਂ ਵੀ ਖਤਮ ਕਰਨਾ ਹੈ, ਇਹਨੂੰ ਵੱਖ ਕਰਨਾ ਹੈ ਅਧਿਆਪਕ ਸਿੱਖਿਆ ਨੂੰ। ਇਹ ਸਭ ਤੋਂ ਪਹਿਲੀ ਗੱਲ ਤਾਂ ਇਹਦਾ ਯੂਨੀਵਰਸਿਟੀ ਦੇ ਨਾਲ ਜਿਹੜਾ ਡਾਇਰੈਕਟ ਸੰਬੰਧ ਹੈ ਕਲੋਜ਼ ਰਿਲੇਸ਼ਨ ਆ ਉਹ ਹੋਣਾ ਚਾਹੀਦਾ ਹੈ। ਫਿਰ ਸਕੂਲ ਦੀ ਐਜੂਕੇਸ਼ਨ ਦੇ ਨਾਲ ਵੀ ਹੋਣਾ ਚਾਹੀਦਾ ਹੈ। ਫਿਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਆਪਸ ਦੇ ਵਿੱਚ ਮਿਊਚੁਅਲ ਕੋਆਪਰੇਸ਼ਨ ਵੀ ਹੋਣੀ ਚਾਹੀਦੀ ਹੈ ਕਿਉਂਕਿ ਭਾਵੇਂ ਫਿਜ਼ੀਕਲ ਐਜੂਕੇਸ਼ਨ ਦੇ ਕਾਲਜ ਨੇ, ਭਾਵੇਂ ਡਾਈਟਸ ਨੇ, ਭਾਵੇਂ ਆਰਟ ਐਂਡ ਕਰਾਫਟ ਵਾਲੇ ਕਾਲਜ ਨੇ, ਭਾਵੇਂ ਐਜੂਕੇਸ਼ਨ ਕਾਲਜ ਨੇ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਆਪਸੀ ਸਹਿਯੋਗ ਆਪਸੀ ਕੋਆਪਰੇਸ਼ਨ ਆ ਉਹ ਹੋਣੀ ਜ਼ਰੂਰੀ ਹੈ। ਇੰਪਰੂਵਮੈਂਟ ਇਨ ਪ੍ਰੋਫੈਸ਼ਨਲ ਐਜੂਕੇਸ਼ਨ, ਜਿਹੜੀ ਪ੍ਰੋਫੈਸ਼ਨਲ ਐਜੂਕੇਸ਼ਨ ਹੈ ਇਹਦੇ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਜਿਵੇਂ ਕਿ ਸਭ ਤੋਂ ਪਹਿਲਾਂ ਜਿਹੜਾ ਕੋਰਸ ਦਾ ਕੰਟੈਂਟ ਹੈ ਉਹ ਸਹੀ ਤਰੀਕੇ ਨਾਲ ਸੰਗਠਿਤ ਹੋਣਾ ਚਾਹੀਦਾ ਅਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਰੀਓਰੀਐਂਟਿੰਗ ਆਫ ਸਬਜੈਕਟ ਨੌਲੇਜ, ਫਿਰ ਜਿਹੜਾ ਸਬਜੈਕਟ ਬਾਰੇ ਨੌਲੇਜ ਹੈ ਉਹਨੂੰ ਰੀਓਰੀਐਂਟ ਕਰਨਾ ਹੈ, ਮੁੜ ਨਵੀਨੀਕਰਨ ਕਰਨਾ ਹੈ ਮੀਨਸ ਉਹਦੇ ਵਿੱਚ ਟਾਈਮ ਟੂ ਟਾਈਮ ਜਿਹੜੀਆਂ ਚੇਂਜਸ ਨੇ ਉਹ ਲੈ ਕੇ ਆਉਣੀਆਂ ਨੇ। ਜਿਹੜਾ ਕੋਰਸ ਹੈ ਇੰਟੈਗਰੇਟਿਡ ਹੋਣਾ ਚਾਹੀਦਾ ਹੈ। ਫਿਰ ਜਿਹੜਾ ਇਹ ਪ੍ਰੋਫੈਸ਼ਨਲ ਸਟੱਡੀ ਦੀ ਅਸੀਂ ਗੱਲ ਕਰਦੇ ਹਾਂ, ਪ੍ਰੋਫੈਸ਼ਨਲ ਕੋਰਸ ਦੀ ਗੱਲ ਕਰਦੇ ਹਾਂ, ਇਹਨੂੰ ਹੋਰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ ਅਤੇ ਜਿਹੜੇ ਟੀਚਿੰਗ ਅਤੇ ਇਵੈਲਿਊਸ਼ਨ ਮੈਥਡ ਨੇ ਉਹਨਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ ਤਾਂ ਜੋ ਜਿਹੜੇ ਅਧਿਆਪਕ ਨੇ ਜਦੋਂ ਆਪਣੀ ਟ੍ਰੇਨਿੰਗ ਲੈ ਰਹੇ ਨੇ ਉਹ ਸਿੱਖ ਸਕਣ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸਕੂਲਾਂ ਦੇ ਵਿੱਚ ਅਪਲਾਈ ਕਰ ਸਕਣ। ਸਪੈਸ਼ਲ ਕੋਰਸ
ਦੇਸ਼ ਦੀਆਂ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਵੀ ਕਰਵਾਇਆ ਜਾ ਸਕਦਾ ਹੈ। ਤੇ ਜਿਹੜੀ ਡਿਊਰੇਸ਼ਨ ਆਫ ਟ੍ਰੇਨਿੰਗ ਕੋਰਸ ਹੈ, ਜਿਵੇਂ ਕਿ ਬੀਐਡ ਤਾਂ ਉਹਦੇ ਲਈ 1 ਸਾਲ, ਤੇ ਜਿਹੜੀ ਐਮਐਡ ਹੈ ਤਾਂ ਉਹਦੀ ਜਿਹੜੀ ਡਿਊਰੇਸ਼ਨ ਆ ਉਹ 1.5 ਸਾਲ ਹੋਣੀ ਚਾਹੀਦੀ ਹੈ। ਫਿਰ ਜਿਹੜੀ ਇੰਪਰੂਵਮੈਂਟ ਇਨ ਟ੍ਰੇਨਿੰਗ ਇੰਸਟੀਟਿਊਸ਼ਨਸ, ਜਿਹੜੀਆਂ ਇੰਸਟੀਟਿਊਸ਼ਨਸ ਟ੍ਰੇਨਿੰਗ ਦੇ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਇੰਪਰੂਵਮੈਂਟ ਦੀ ਜ਼ਰੂਰਤ ਹੈ। ਸਭ ਤੋਂ ਪਹਿਲੀ ਗੱਲ, ਜਿਹੜੇ ਤਾਂ ਅਧਿਆਪਕ ਉੱਥੇ ਪੜ੍ਹਾ ਰਹੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ, ਜਿਵੇਂ ਕਿ ਅਧਿਆਪਕ ਦੀ ਜਿਹੜੀ ਯੋਗਤਾ ਐਮਏ ਬੀਐਡ ਹੋਣੀ ਚਾਹੀਦੀ ਹੈ, ਤੇ ਐਮਏ ਉਹ ਸਬਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਉਹਨੇ ਪੜ੍ਹਾਉਣਾ ਹੈ, ਤੇ ਇੱਕ ਸਬਜੈਕਟ ਉਹਦੀ ਐਮਏ ਐਜੂਕੇਸ਼ਨ ਜਾਂ ਐਮਐਡ ਵੀ ਹੋ ਸਕਦੀ ਹੈ। ਤੇ ਖਾਸ ਵਿਸ਼ਿਆਂ ਦੇ ਵਿੱਚ ਵੀ ਉਹ ਐਕਸਪਰਟ ਹੋਣਾ ਚਾਹੀਦਾ, ਜਿਵੇਂ ਕਿ ਹੁਣੇ ਗੱਲ ਕੀਤੀ ਸੀ ਕਿ ਇੱਕ ਸਬਜੈਕਟ ਦੇ ਵਿੱਚ ਉਹਦੀ ਜਿਹੜੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਤੇ ਜਿਹੜੇ ਵਿਅਕਤੀ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਭਰਤੀ ਕੀਤਾ ਜਾਣਾ ਚਾਹੀਦਾ ਹੈ, ਤੇ ਉਹਨਾਂ ਦੇ ਲਈ ਵੀ ਜਿਹੜੀ ਟ੍ਰੇਨਿੰਗ ਇੰਸਟੀਟਿਊਟਸ ਨੇ ਉਹ ਹੋਣੇ ਚਾਹੀਦੀਆਂ ਨੇ, ਤਾਂ ਜੋ ਗਰਮੀ ਛੁੱਟੀਆਂ ਦੇ ਦੌਰਾਨ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਉਹ ਦਿੱਤੀ ਜਾ ਸਕੇ। ਕੋਰਸਪੋਂਡੈਂਸ ਦੇ ਜਿਹੜੇ ਕੋਰਸ ਨੇ ਉਹ ਵੀ ਕਰਵਾਏ ਜਾ ਸਕਦੇ ਨੇ। ਗ੍ਰੈਜੂਏਟਸ ਦੇ ਲਈ ਜਿਹੜੇ ਵਿਸ਼ੇਸ਼ ਕੋਰਸ ਨੇ ਉਹ ਵੀ ਕਰਵਾਏ ਜਾ ਸਕਦੇ ਨੇ। ਜਿਹੜੇ ਲਰਨਰਸ ਨੇ ਉਹਨਾਂ ਦੇ ਲਈ ਜਿਹੜੀਆਂ ਵਿਸ਼ੇਸ਼ ਸਹੂਲਤਾਂ ਨੇ ਉਹ ਵੀ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਤਾਂ ਜੋ ਜਿਹੜੇ ਬੱਚੇ ਅਧਿਆਪਕ ਬਣਨਾ ਚਾਹੁੰਦੇ ਨੇ, ਅਧਿਆਪਕ ਨਾਲ ਰਿਲੇਟਡ ਕੋਰਸ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਜਿਹੜੀ ਸਕਾਲਰਸ਼ਿਪ ਵਗੈਰਾ ਉਹ ਪ੍ਰਬੰਧ ਕਰਕੇ ਸਹੀ ਤਰੀਕੇ ਨਾਲ ਉਹ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਕੰਪਲੀਟ ਕਰ ਸਕਣ। ਫਿਰ ਜਿਹੜੇ ਐਕਸਪੈਰੀਮੈਂਟਲ ਤੇ ਡੈਮੋਨਸਟ੍ਰੇਸ਼ਨ ਸਕੂਲ ਨੇ ਉਹ ਵੀ ਹੋਣੇ ਚਾਹੀਦੇ ਨੇ, ਤਾਂ ਜੋ ਉੱਥੇ ਬੱਚਿਆਂ ਨੂੰ ਡੈਮੋ ਵਗੈਰਾ ਦੇ ਕੇ ਸਹੀ ਤਰੀਕੇ ਨਾਲ ਬੱਚੇ ਆਪਣੇ ਜਿਹੜੇ ਐਜੂਕੇਸ਼ਨ ਆ ਉਹਨੂੰ ਕੰਪਲੀਟ ਕਰ ਸਕਣ। ਨੈਕਸਟ ਹੈ ਟ੍ਰੇਨਿੰਗ ਫੈਸਿਲਿਟੀਜ਼। ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੇ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਵਾਧਾ ਕਰਨਾ ਹੈ। ਫਿਰ ਜਿਹੜੇ ਟੀਚਰਸ ਨੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ, ਤੇ ਜਿਹੜੇ ਸੰਸਥਾਵਾਂ ਦੇ ਵਿੱਚ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹਨਾਂ ਦੀ ਸਥਿਤੀ ਮੀਨਸ ਲੋਕੇਸ਼ਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤੇ ਉਹਨਾਂ ਦਾ ਆਕਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਬਾਰੇ ਸੁਜੈਸ਼ਨਸ ਮੀਨਸ ਇੱਕ ਜੇਕਰ ਪ੍ਰਾਇਮਰੀ ਲੈਵਲ ਦੀ ਟ੍ਰੇਨਿੰਗ ਇੰਸਟੀਟਿਊਟ ਦੀ ਗੱਲ ਕਰੀਏ ਤਾਂ ਉੱਥੇ ਵਿਦਿਆਰਥੀਆਂ ਦੀ ਗਿਣਤੀ 240, ਤੇ ਜਿਹੜੀਆਂ ਸੈਕੰਡਰੀ ਸੰਸਥਾਵਾਂ ਨੇ ਉੱਥੇ ਇਹਨਾਂ ਦੀ ਗਿਣਤੀ ਜਿਹੜੀ 400 ਤੱਕ ਹੈ ਉਹ ਹੋ ਸਕਦੀ ਹੈ। ਨੈਕਸਟ ਮੇਜਰ ਪੁਆਇੰਟ ਹੈ ਵੋਕੇਸ਼ਨਲ ਐਜੂਕੇਸ਼ਨ। ਸਭ ਤੋਂ ਪਹਿਲਾਂ ਇਹਦੇ ਵਿੱਚ ਫॉर ਲੋਅਰ ਸੈਕੰਡਰੀ ਸਟੇਜ ਉਹਦੇ ਲਈ ਕਿਸ ਤਰ੍ਹਾਂ ਦੀ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਕਮਿਸ਼ਨ ਨੇ ਸੁਝਾਅ ਦਿੱਤਾ ਸੀ ਕਿ ਜਿਹੜੇ ਬੱਚੇ 7ਵੀਂ ਜਾਂ 8ਵੀਂ ਦੀ ਪੜ੍ਹਾਈ ਪੂਰੀ ਕਰਕੇ ਸਕੂਲ ਆਪਣਾ ਛੱਡ ਜਾਂਦੇ ਨੇ ਤਾਂ ਉਹਨਾਂ ਦੇ ਲਈ ਜਿਹੜੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਨੇ ITI ਵਿੱਚ ਦਾਖਲੇ ਦੀ ਜਿਹੜੀ ਵਿਵਸਥਾ ਉਹ ਹੋਣੀ ਚਾਹੀਦੀ ਹੈ। ਫਿਰ ਹੈ ਫॉर ਹਾਇਰ ਸੈਕੰਡਰੀ ਸਟੇਜ, ਤੇ ਜਿਹੜੇ ਬੱਚੇ ਸੈਕੰਡਰੀ ਸਕੂਲ ਪਾਸ ਕਰ ਲੈਂਦੇ ਨੇ ਉਹਨਾਂ ਦੇ ਲਈ ਜਿਹੜੇ ਪੋਲੀਟੈਕਨਿਕ ਸੰਸਥਾਵਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਤਾਂ ਜੋ ਜਿਹੜੇ ਬੱਚੇ ਨੇ ਉਹ ਆਪਣਾ ਕੋਰਸ ਕੰਪਲੀਟ ਕਰਕੇ ਕਿਸੇ ਨਾ ਕਿਸੇ ਕਿੱਤੇ 'ਤੇ ਲੱਗਣ ਦੇ ਯੋਗ ਹੋ ਸਕਣ। ਤੇ ਇਹਨਾਂ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਆ ਉਹ ਘੱਟੋ ਘੱਟ ਜਿਹੜੀ 10th ਹੈ ਉਹ ਹੋਣੀ ਚਾਹੀਦੀ ਹੈ। ਸਰਕਾਰ ਵੱਲੋਂ ਜਿਹੜੀਆਂ ਹੋਰ ਵਿੱਤੀ ਸੰਸਥਾਵਾਂ ਵਿੱਤੀ ਸਹਾਇਤਾ ਉਹ ਵੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਜਿਹੜੀ ਕਿੱਤੇ ਨਾਲ ਸੰਬੰਧਿਤ ਜਾਂ ਜਿਹੜੀ ਟੈਕਨੀਕਲ ਐਜੂਕੇਸ਼ਨ ਹੈ ਉਹਦਾ ਪ੍ਰਸਾਰ ਕੀਤਾ ਜਾ ਸਕੇ। ਸਹੂਲਤਾਂ ਦੇ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਮੈਥਡਸ ਆਫ ਟੀਚਿੰਗ, ਅਧਿਆਪਨ ਵਿਧੀਆਂ। ਫਸਟ ਹੈ ਫਲੈਕਸੀਬਿਲਿਟੀ ਐਂਡ ਡਾਇਨਾਮਿਜ਼ਮ। ਕਮਿਸ਼ਨ ਨੇ ਸੁਝਾਅ ਦਿੱਤਾ ਕਿ ਜਿਹੜੀਆਂ ਅਧਿਆਪਨ ਵਿਧੀਆਂ ਨੇ ਇਹ ਗਤੀਸ਼ੀਲ ਹੋਣੀਆਂ ਜ਼ਰੂਰੀ ਨੇ, ਇਹਨਾਂ ਦੇ ਵਿੱਚ ਤੇ ਫਲੈਕਸੀਬਿਲਿਟੀ ਹੋਣੀ ਜ਼ਰੂਰੀ ਹੈ, ਤਾਂ ਜੋ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਆ ਉਹਨੂੰ ਅਸੀਂ ਪ੍ਰਭਾਵਸ਼ਾਲੀ ਬਣਾ ਸਕੀਏ। ਤੇ ਜਿਹੜੀਆਂ ਨਿਊ ਟੈਕਨੀਕਸ ਨੇ ਟੀਚਿੰਗ ਦੇ ਵਿੱਚ ਉਹਨਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਜਿਹੜੀ ਟੀਚਿੰਗ ਆ ਉਹ ਇਫੈਕਟਿਵ ਹੋਏਗੀ। ਫਿਰ ਲਿਸਟ ਆਫ ਟੀਚਿੰਗ ਏਡਸ, ਸਕੂਲਾਂ ਦੀ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਘੱਟੋ ਘੱਟ ਜਿਹੜੀਆਂ ਟੀਚਿੰਗ ਏਡਸ ਨੇ ਉਹਨਾਂ ਦੀ ਇੱਕ ਜਿਹੜੀ ਲਿਸਟ ਆ ਉਹ ਵੀ ਪ੍ਰਪੇਅਰ ਕੀਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਕਲਾਸ ਦਾ ਸਾਈਜ਼। ਕਲਾਸ ਦਾ ਜਿਹੜਾ ਸਾਈਜ਼ ਹੈ ਲੋਅਰ ਪ੍ਰਾਇਮਰੀ ਦੇ ਵਿੱਚ 50, ਹਾਇਰ ਪ੍ਰਾਇਮਰੀ ਅਤੇ ਜਿਹੜਾ ਲੋਅਰ ਸੈਕੰਡਰੀ ਉਹਦੇ ਵਿੱਚ 45 ਸਟੂਡੈਂਟਸ, ਤੇ ਹਾਇਰ ਸੈਕੰਡਰੀ ਜਮਾਤ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ 40 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਨੈਕਸਟ ਹੈ ਵਰਕ ਐਕਸਪੀਰੀਅੰਸ ਐਂਡ ਸੋਸ਼ਲ ਸਰਵਿਸ, ਕਾਰਜ ਅਨੁਭਵ ਅਤੇ ਸਮਾਜ ਸੇਵਾ। ਪਹਿਲਾ ਹੈ ਵਰਕ ਐਕਸਪੀਰੀਅੰਸ ਐਟ ਪ੍ਰਾਇਮਰੀ ਲੈਵਲ, ਮੀਨਸ ਕਿ ਅਸੀਂ ਬੱਚਿਆਂ ਨੂੰ ਜਦੋਂ ਹੱਥੀਂ ਕੰਮ ਕਰਨ ਬਾਰੇ ਕੋਈ ਐਜੂਕੇਸ਼ਨ ਦੇਣੀ ਹੈ ਤਾਂ ਉਹ ਪ੍ਰਾਇਮਰੀ ਸਟੇਜ ਤੋਂ ਹੀ ਸ਼ੁਰੂ ਕਰ ਲੈਣੀ ਚਾਹੀਦੀ ਹੈ। ਕਮਿਸ਼ਨ ਨੇ ਸੁਝਾਅ ਦਿੱਤਾ ਸੀ ਕਿ ਪ੍ਰਾਇਮਰੀ ਪੱਧਰ 'ਤੇ ਹੀ ਜਿਹੜਾ ਵਰਕ ਐਕਸਪੀਰੀਅੰਸ ਹੈ ਇਸ ਦੇ ਜਿਹੜੀ ਸ਼ੁਰੂਆਤ ਹੈ ਉਹ ਕਰ ਦੇਣੀ ਚਾਹੀਦੀ ਹੈ। ਜਿਵੇਂ ਕਿ ਹੱਥੀਂ ਕੰਮ ਕਰਨਾ ਦੇ ਵਿੱਚ ਕੀ ਆ ਜਾਏਗਾ, ਕਾਗਜ਼ ਕੱਟਣਾ, ਗੱਤੇ ਦਾ ਕੰਮ ਕੱਟਣਾ, ਪੌਦੇ ਲਗਾਉਣਾ, ਇਹ ਚੀਜ਼ਾਂ। ਫਿਰ ਹੈ ਵਰਕ ਐਕਸਪੀਰੀਅੰਸ ਐਟ ਅੱਪਰ ਪ੍ਰਾਇਮਰੀ ਸਟੇਜ, ਅਤੇ ਇਹਦੇ 'ਚ ਬੱਚਿਆਂ ਨੂੰ ਜਿਹੜੀ ਹਸਤਕਲਾ ਹੈ ਉਹਦੀ ਨੌਲੇਜ ਦੇਣੀ ਹੈ। ਵਰਕ ਐਕਸਪੀਰੀਅੰਸ ਐਟ ਲੋਅਰ ਸੈਕੰਡਰੀ ਸਟੇਜ, ਇੱਥੇ ਬੱਚਿਆਂ ਨੂੰ ਨਾਲ ਇੱਕ ਜਿਹੜੀ ਵਰਕਸ਼ਾਪ ਹੈ ਉਹ ਸਥਾਪਿਤ ਕਰਕੇ ਉੱਥੇ ਜਿਹੜੇ ਪ੍ਰੋਗਰਾਮ ਨੇ ਅਲੱਗ-ਅਲੱਗ ਤਰੀਕੇ ਦੇ ਉਹ ਨੇ ਉੱਥੇ ਔਰਗਨਾਈਜ਼ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਵਰਕ ਐਕਸਪੀਰੀਅੰਸ ਦੀ ਜਿਹੜੀ ਨੌਲੇਜ ਉਹ ਦੇ ਸਕੀਏ। ਵਰਕ ਐਕਸਪੀਰੀਅੰਸ ਐਟ ਹਾਇਰ ਸੈਕੰਡਰੀ, ਹਾਇਰ ਸੈਕੰਡਰੀ ਦੇ ਵਿੱਚ ਸਕੂਲ ਦੀ ਜਿਹੜੀ ਵਰਕਸ਼ਾਪ ਹੈ ਉਹਦਾ ਉਹਨੂੰ ਹਿੱਸਾ ਹੀ ਬਣਾ ਦੇਣਾ ਚਾਹੀਦਾ ਕਿ ਬੱਚਿਆਂ ਨੂੰ ਨਾਲ ਇਹ ਕੰਮ ਅਸੀਂ ਕਰਵਾਉਣਾ ਹੀ ਕਰਵਾਉਣਾ ਹੈ। ਨੈਕਸਟ ਹੈ ਸੋਸ਼ਲ ਸਰਵਿਸ। ਸੋਸ਼ਲ ਸਰਵਿਸ ਨੂੰ ਵੀ ਸਕੂਲ ਦੇ ਲੈਵਲ 'ਤੇ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ।
ਕਮਿਸ਼ਨ ਨੇ ਸੁਝਾਅ ਦਿੱਤਾ ਕਿ ਸਕੂਲ ਲੈਵਲ ਤੇ ਜਿਹੜੀ ਇੱਕ ਇਸ ਤਰ੍ਹਾਂ ਦੀ ਪਲੈਨਿੰਗ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹਦੇ ਨਾਲ ਕਿ ਜਿਹੜੇ ਬੱਚੇ ਨੇ ਉਹ ਸਮਾਜ ਸੇਵਾ ਤੇ ਜਿਹੜੀ ਸੁਸਾਇਟੀ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜੀ ਪਾਰਟਿਸਿਪੇਸ਼ਨ ਆ ਉਹ ਬੱਚੇ ਕਰਨ। ਨੈਕਸਟ ਮੇਨ ਪੁਆਇੰਟ ਇਜ਼ ਇਵੈਲੂਏਸ਼ਨ। ਇਹਦੇ ਸਬ ਪੁਆਇੰਟਸ ਨੇ ਨਿਊ ਕਨਸੈਪਟ ਆਫ ਇਵੈਲੂਏਸ਼ਨ। ਕਮਿਸ਼ਨ ਨੇ ਸੁਝਾਅ ਦਿੱਤਾ ਕਿ ਇਵੈਲੂਏਸ਼ਨ ਇੱਕ ਕੰਟੀਨਿਊਸ ਪ੍ਰੋਸੈਸ ਹੈ, ਇਸ ਕਰਕੇ ਇਹ ਲਿਖਤੀ ਪ੍ਰੀਖਿਆ ਦੇ ਅਧੀਨ ਨਹੀਂ ਹੋਣੀ ਚਾਹੀਦੀ। ਮੀਨਜ਼ ਲਿਖਤੀ ਪ੍ਰੀਖਿਆ ਅਲੱਗ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਿਨਾਂ ਬੱਚੇ ਦੇ ਜਿਹੜੀਆਂ ਹੋਰ ਉਹਨੇ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਸ਼ਨ ਹੈ, ਕੋਈ ਬੱਚਾ ਹੋਰ ਨਵੀਆਂ ਅਚੀਵਮੈਂਟਸ ਕਰ ਰਿਹਾ ਤਾਂ ਉਹ ਅਲੱਗ ਤਰੀਕੇ ਦੀ ਇਵੈਲੂਏਸ਼ਨ ਉਹ ਤੋਂ ਹੋਣੀ ਚਾਹੀਦੀ ਹੈ। ਮੀਨਜ਼ ਲਿਖਤੀ ਪ੍ਰੀਖਿਆ ਤੋਂ ਅਲੱਗ। ਨੈਕਸਟ ਹੈ ਇੰਟਰਨਲ ਅਸੈਸਮੈਂਟ। ਕਮਿਸ਼ਨ ਨੇ ਸੁਝਾਅ ਦਿੱਤਾ ਕਿ ਇੰਟਰਨਲ ਅਸੈਸਮੈਂਟ ਦੁਆਰਾ ਵਿਦਿਆਰਥੀਆਂ ਦੇ ਜਿਹੜੇ ਸਾਰੇ ਪੱਖ ਨੇ ਅਸੀਂ ਉਹਨਾਂ ਦੇ ਉੱਪਰ ਜਿਹੜਾ ਧਿਆਨ ਦੇ ਕੇ ਉਹਨੂੰ ਅਸੈਸ ਕਰਨਾ ਹੈ। ਐਕਸਪੈਰੀਮੈਂਟਲ ਸਕੂਲ। ਕਮਿਸ਼ਨ ਨੇ ਸੁਝਾਅ ਦਿੱਤਾ ਕਿ ਇਵੈਲੂਏਸ਼ਨ ਦੇ ਇਸ ਪੱਖ ਨੂੰ ਉਦਾਹਰਨ ਬਣਾ ਕੇ ਕੁਝ ਸਕੂਲਾਂ ਦੇ ਵਿੱਚ ਹਾਈ ਸਕੂਲ ਲੈਵਲ 'ਤੇ ਖੁਦ ਉਹਨਾਂ ਨੂੰ ਪ੍ਰੀਖਿਆ ਲੈਣ ਦਾ ਜਿਹੜਾ ਅਧਿਕਾਰ ਹੈ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੇ ਬਰਾਬਰ ਜਿਹੜੀ ਮਾਨਤਾ ਉਹ ਦਿੱਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਰਿਫਾਰਮਸ ਇਨ ਰਿਟਨ ਐਗਜ਼ਾਮੀਨੇਸ਼ਨ। ਅਗਲਾ ਕਮਿਸ਼ਨ ਨੇ ਸੁਝਾਅ ਇਹ ਦਿੱਤਾ ਸੀ ਕਿ ਲਿਖਤੀ ਪ੍ਰੀਖਿਆਵਾਂ ਵਿੱਚ ਸੁਧਾਰ ਕਰਕੇ ਉਹਨੂੰ ਵਿਦਿਆਰਥੀਆਂ ਦੇ ਲਈ ਜਿਹੜਾ ਲਾਭਕਾਰੀ ਹੈ ਉਹ ਬਣਾਇਆ ਜਾਣਾ ਚਾਹੀਦਾ ਹੈ। ਇਵੈਲੂਏਸ਼ਨ ਐਟ ਪ੍ਰਾਇਮਰੀ ਸਟੇਜ। ਪ੍ਰਾਇਮਰੀ ਸਟੇਜ 'ਤੇ ਜਦੋਂ ਅਸੀਂ ਬੱਚੇ ਦੀ ਇਵੈਲੂਏਸ਼ਨ ਕਰਨੀ ਹੈ ਤਾਂ ਉਹ ਥੋੜ੍ਹੀ ਨਰਮ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਜਦੋਂ ਬੱਚੇ ਨੇ ਛੋਟੇ ਹੁੰਦੇ ਨੇ ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਇਸ ਕਰਕੇ ਅਸੀਂ ਉਹਨਾਂ ਦੀ ਇਵੈਲੂਏਸ਼ਨ ਵਾਲੇ ਇਸ ਪੱਖ 'ਤੇ ਜ਼ਿਆਦਾ ਜ਼ੋਰ ਦੇ ਕੇ ਉਹਨੂੰ ਕੋਈ ਗ੍ਰੇਡ ਵਗੈਰਾ ਪ੍ਰੋਪਰ ਅਸੀਂ ਨਹੀਂ ਉਹ ਕਰ ਸਕਦੇ, ਕਿਉਂਕਿ ਹਲੇ ਬੱਚਿਆਂ ਦਾ ਬੇਸ ਬਣ ਰਿਹਾ ਹੁੰਦਾ। ਇਸ ਕਰਕੇ ਕੋਈ ਬਹੁਤੀ ਜਿਹੜੀ ਸਖਤਾਈ ਹੈ ਉਹ ਨਹੀਂ ਰੱਖਣੀ ਚਾਹੀਦੀ, ਜਦਕਿ ਜਿਹੜਾ ਅੱਪਰ ਪ੍ਰਾਇਮਰੀ ਪੱਧਰ 'ਤੇ ਮੁਲਾਂਕਣ ਦੇ ਵਿੱਚ ਆ ਉਹ 'ਚ ਲਿਖਤੀ ਅਤੇ ਜਿਹੜਾ ਬੱਚੇ ਦਾ ਮੌਖਿਕ ਕੰਮ ਹੈ, ਮੌਖਿਕ ਪ੍ਰੀਖਿਆ ਉਹਨੂੰ ਇੰਪੋਰਟੈਂਸ ਦਿੱਤੀ ਜਾਣੀ ਚਾਹੀਦੀ ਹੈ। ਅਤੇ ਸੈਕੰਡਰੀ ਤੇ ਹਾਇਰ ਪੱਧਰ 'ਤੇ ਮੁਲਾਂਕਣ ਦਾ ਜਿਹੜਾ ਆਧਾਰ ਹੈ ਲਿਖਤੀ ਪ੍ਰੀਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਕੂਲ ਦੇ ਵਿੱਚ ਜਿੰਨੇ ਵੀ ਹੋਰ ਐਕਟੀਵਿਟੀਜ਼ ਨੇ ਜਾਂ ਉਹ ਵੀ ਜੋ ਕੋਈ ਵੀ ਕੰਮ ਕੀਤਾ ਬੱਚੇ ਨੇ ਉਹਦੇ ਆਧਾਰ 'ਤੇ ਪ੍ਰੀਖਿਆਵਾਂ 'ਤੇ ਜਿਹੜੀ ਉਹਦੀ ਇੰਟਰਨਲ ਅਸੈਸਮੈਂਟ ਹੈ ਉਹ ਹੋਣੀ ਚਾਹੀਦੀ ਹੈ। ਪੇਪਰ ਚੈਕਿੰਗ ਦੇ ਵਿੱਚ ਜਿਹੜਾ ਸੁਧਾਰ ਹੈ ਉਹ ਵੀ ਹੋਣਾ ਜ਼ਰੂਰੀ ਹੈ। ਕਮਿਸ਼ਨ ਨੇ ਇਹ ਸਿਫਾਰਿਸ਼ ਕੀਤੀ ਸੀ ਕਿ ਜਦੋਂ ਜਿਹੜੀਆਂ ਆਨਸਰ ਸ਼ੀਟਸ ਚੈੱਕ ਹੁੰਦੀਆਂ ਨੇ ਤਾਂ ਉਹਨਾਂ ਦੇ ਬਦਲੇ ਦਿੱਤਾ ਜਾਣ ਵਾਲਾ ਜਿਹੜਾ ਮਿਹਨਤਾਨਾ ਹੈ ਉਹ ਬੰਦ ਕਰਨਾ ਚਾਹੀਦਾ ਹੈ। ਮੀਨਜ਼ ਅਧਿਆਪਕਾਂ ਨੂੰ ਕੋਈ ਪੈਸੇ ਨਹੀਂ ਦਿੱਤੇ ਜਾਣੇ ਚਾਹੀਦੇ ਅਤੇ ਅਧਿਆਪਕ ਨੂੰ 500 ਤੋਂ ਵੱਧ ਜਿਹੜੀਆਂ ਆਨਸਰ ਸ਼ੀਟਸ ਨੇ ਉਹ ਚੈੱਕ ਹੋਣ ਤੋਂ ਜ਼ਿਆਦਾ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਨੈਕਸਟ ਹੈ ਅਡਲਟ ਐਜੂਕੇਸ਼ਨ, ਬਾਲਗ ਸਿੱਖਿਆ। ਅਡਲਟਸ ਉਹ ਹੁੰਦੇ ਨੇ ਜਿਹੜੇ ਕਿ 17 ਤੋਂ 35 ਸਾਲ ਦੇ ਵਿਅਕਤੀ ਮੀਨਜ਼ ਸਟੱਡੀ ਛੱਡ ਜਾਂਦੇ ਨੇ ਜਾਂ ਨਹੀਂ ਪੜ੍ਹੇ ਲਿਖੇ ਹੁੰਦੇ, ਉਹਨਾਂ ਦੇ ਨਾਲ ਰਿਲੇਟਡ ਹੈ ਇਹ। ਸਭ ਤੋਂ ਪਹਿਲੀ ਗੱਲ ਇਹ ਨੈਸ਼ਨਲ ਕੰਪੇਨ, ਸਾਰੇ ਅਡਲਟਸ ਨੂੰ ਐਜੂਕੇਟ ਕਰਨ ਦੇ ਲਈ ਇਹ ਜਿਹੜੀ ਮੁਹਿੰਮ ਹੈ ਉਹ ਨੈਸ਼ਨਲ ਲੈਵਲ 'ਤੇ ਚਲਾਈ ਜਾਣੀ ਚਾਹੀਦੀ ਹੈ ਪੂਰੇ ਦੇਸ਼ ਭਰ ਦੇ ਵਿੱਚ, ਤਾਂ ਜੋ ਜਿੰਨੇ ਵੀ ਇਸ ਏਜ ਗਰੁੱਪ ਦੇ ਵਿਅਕਤੀ ਨੇ ਅਸੀਂ ਉਹਨਾਂ ਨੂੰ ਐਜੂਕੇਟ ਕਰ ਸਕੀਏ। ਨੈਕਸਟ ਹੈ ਕੰਪਰੀਹੈਂਸਿਵ ਪਲੈਨਿੰਗ। ਸਾਰੇ ਅਡਲਟਸ ਨੂੰ ਐਜੂਕੇਸ਼ਨ ਦੇਣ ਦੇ ਲਈ ਜਿਹੜੀ ਪਲੈਨਿੰਗ ਹੈ ਉਹ ਕੰਪਰੀਹੈਂਸਿਵ ਮੀਨਜ਼ ਵਿਆਪਕ ਪੱਧਰ 'ਤੇ ਯੋਜਨਾ ਬਣਾਉਣ ਦੀ ਲੋੜ ਹੈ ਤਾਂ ਜੋ ਉਹਨੂੰ ਅਸੀਂ ਸਹੀ ਤਰੀਕੇ ਨਾਲ ਅਪਲਾਈ ਕਰ ਸਕੀਏ ਅਤੇ ਜਿੱਥੇ ਜਿੱਥੇ ਤੱਕ ਅਸੀਂ ਪਹੁੰਚਣਾ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਨੂੰ ਐਜੂਕੇਸ਼ਨ ਦੇਣ ਦੀ ਜ਼ਰੂਰਤ ਹੈ, ਕਰਮਚਾਰੀਆਂ ਨੂੰ ਅਸੀਂ ਟ੍ਰੇਨਿੰਗ ਦੇਣੀ ਹੈ ਜਿਨ੍ਹਾਂ ਨੇ ਕੰਮ ਕਰਨਾ ਹੈ, ਤਾਂ ਅਸੀਂ ਉਹਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕੀਏ। ਟਾਈਮ ਬਾਉਂਡ ਪ੍ਰੋਗਰਾਮ। ਕਮਿਸ਼ਨ ਨੇ ਅਗਲਾ ਸੁਝਾਅ ਇਹ ਦਿੱਤਾ ਸੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਟਾਈਮ ਬਾਉਂਡ ਹੋਣਾ ਚਾਹੀਦਾ ਹੈ। ਮੀਨਜ਼ ਕੋਈ ਟਾਈਮ ਫਿਕਸ ਕਰੀਏ ਕਿ ਅਸੀਂ ਇੰਨੇ ਤੋਂ ਇੰਨੇ ਟਾਈਮ ਦੇ ਵਿੱਚ ਜਿਹੜੇ ਐਜੂਕੇਸ਼ਨ ਇਹ ਦੇਣੀ ਹੈ, ਕਿਉਂਕਿ ਜੇਕਰ ਅਸੀਂ ਕੁਛ ਸਾਲ ਹੋਰ ਲੇਟ ਹੋ ਜਾਵਾਂਗੇ 10 ਸਾਲ 12 ਸਾਲ ਤਾਂ ਜਿਹੜੇ ਹੋਰ ਲੋਕ ਨੇ ਉਹ ਵੀ ਅਨਪੜ੍ਹ ਰਹੀ ਜਾਣਗੇ ਅਤੇ ਅਸੀਂ ਜਿਹੜਾ ਸਹੀ ਤਰੀਕੇ ਨਾਲ ਅਡਲਟ ਐਜੂਕੇਸ਼ਨ ਦੇਣ ਵਾਲਾ ਪ੍ਰੋਸੈਸ ਹੈ ਉਹਨੂੰ ਕੰਪਲੀਟ ਨਹੀਂ ਕਰ ਪਾਵਾਂਗੇ। ਨੈਕਸਟ ਹੈ ਐਕਸਪੈਂਸ਼ਨ ਆਫ ਐਜੂਕੇਸ਼ਨ। ਸਿੱਖਿਆ ਦਾ ਪ੍ਰਸਾਰ ਵੀ ਕਰਨਾ ਹੈ ਤਾਂ ਜੋ ਜਿਹੜੇ ਬੱਚੇ ਨੇ ਉਹ ਅਨਪੜ੍ਹ ਰਹਿਣ ਹੀ ਨਾ, ਅਸੀਂ ਸਿੱਖਿਆ ਦਾ ਪ੍ਰਸਾਰ ਕਰਨਾ ਹੈ। ਇਹਦੇ ਲਈ ਕੀ ਕਰਨਾ ਹੈ? ਸਭ ਤੋਂ ਪਹਿਲੀ ਗੱਲ ਤਾਂ ਯੂਨੀਵਰਸਲ ਐਡਮਿਸ਼ਨ ਕਰਨੀ ਹੈ। ਮੀਨਜ਼ 6 ਤੋਂ 11 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਨੇ ਉਹ ਕੋਈ ਵੀ ਬੱਚਾ ਘਰ ਦੇ ਵਿੱਚ ਨਾ ਰਹੇ, ਉਹਨਾਂ ਦੀ ਐਡਮਿਸ਼ਨ ਜ਼ਰੂਰੀ ਹੈ। ਫਿਰ ਪਾਰਟ ਟਾਈਮ ਐਜੂਕੇਸ਼ਨ ਦਿੱਤੀ ਜਾ ਸਕਦੀ ਹੈ ਜਿਹੜੇ ਬੱਚੇ 11 ਤੋਂ 14 ਸਾਲ ਤੱਕ ਦੇ ਨੇ, ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਣ ਭਾਵੇਂ ਉਹ ਕਿਸੇ ਵੀ ਰੀਜ਼ਨ ਕਰਕੇ ਜਿਹੜਾ ਸਕੂਲ ਆ ਉਹ ਛੱਡ ਗਏ ਸੀ। ਫਿਰ ਜਿਹੜੀ ਜਨਰਲ ਅਤੇ ਵੋਕੇਸ਼ਨਲ ਐਜੂਕੇਸ਼ਨ ਹੈ ਉਹਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਜਿਹੜੇ 15 ਤੋਂ 30 ਸਾਲ ਦੇ ਸਾਰੇ ਬਾਲਗ ਨੇ ਉੱਥੇ ਪਾਰਟ ਟਾਈਮ ਜਿਹੜੀ ਸਧਾਰਨ ਸਿੱਖਿਆ ਦੇ ਨਾਲ ਨਾਲ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਆ ਉਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਹੀ ਤਰੀਕੇ ਨਾਲ ਅਸੀਂ ਸਾਰਿਆਂ ਨੂੰ ਐਜੂਕੇਟ ਕਰ ਸਕੀਏ। ਨੈਕਸਟ ਹੈ ਕੋਰਸਪੋਂਡੈਂਸ ਕੋਰਸ। ਕਮਿਸ਼ਨ ਨੇ ਅਗਲਾ ਸੁਝਾਅ ਇਹ ਦਿੱਤਾ ਸੀ ਵੀ ਬਾਲਗ ਸਿੱਖਿਆ ਦੀ ਸਫਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਕੋਰਸਪੋਂਡੈਂਸ ਕੋਰਸਿਸ ਨੇ ਉਹਨਾਂ ਦੀ ਵੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾਣੀ ਚਾਹੀਦੀ ਹੈ।
ਸਟ੍ਰੈਟਜੀ ਫॉर ਰਿਮੂਵਿੰਗ ਇਲਿਟਰੇਸੀ, ਅਨਪੜ੍ਹਤਾ ਨੂੰ ਖਤਮ ਕਰਨ ਦੇ ਲਈ ਜਿਹੜੀ ਰਣਨੀਤੀ ਹੈ ਉਹ ਵੀ ਬਣਾਉਣੀ ਜ਼ਰੂਰੀ ਹੈ, ਤਾਂ ਜੋ ਅਸੀਂ ਸਾਰੇ ਲੋਕਾਂ ਨੂੰ ਸਹੀ ਤਰੀਕੇ ਨਾਲ ਐਜੂਕੇਸ਼ਨ ਦੇ ਸਕੀਏ। ਜਿਵੇਂ ਕਿ ਜਿੱਥੇ ਕੋਈ ਵੱਡੇ ਕਾਰਖਾਨੇ ਨੇ, ਫਰਮਾਂ ਨੇ, ਕੋਈ ਵਪਾਰਕ ਕੇਂਦਰ ਨੇ, ਉੱਥੇ ਇਹ ਜ਼ਰੂਰੀ ਕਰਨਾ ਹੈ ਕਿ 3 ਸਾਲ ਦੇ ਅੰਦਰ ਅੰਦਰ ਉੱਥੇ ਜਿੰਨੇ ਵੀ ਵਿਅਕਤੀ ਉਹਨਾਂ ਦੇ ਅੰਡਰ ਕੰਮ ਕਰ ਰਹੇ ਨੇ ਉਹਨਾਂ ਨੂੰ ਐਜੂਕੇਟ ਕਰਨਾ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ। ਕਿਹਨਾਂ ਦੀ ਜ਼ਿੰਮੇਵਾਰੀ? ਜਿੱਥੇ ਉਹ ਵਿਅਕਤੀ ਕੰਮ ਕਰ ਰਹੇ ਨੇ। ਫਿਰ ਮੌਸ ਅਪਰੋਚ, ਇਹਦੇ ਵਿੱਚ ਅਸੀਂ ਜਿਹੜੇ ਕੋਈ ਅਧਿਆਪਕ ਨੇ, ਵਕੀਲ ਨੇ, ਇੰਜੀਨੀਅਰ ਨੇ ਅਤੇ ਵਪਾਰੀ ਨੇ ਉਹਨਾਂ ਨੂੰ ਸ਼ਾਮਿਲ ਕਰਕੇ ਅਸੀਂ ਇਹਨਾਂ ਨੇ ਜਿਹੜੀਆਂ ਸਰਵਿਸਿਜ਼ ਨੇ ਉਹ ਅਸੀਂ ਲੈ ਸਕਦੇ ਹਾਂ। ਨੈਕਸਟ ਹੈ ਕੰਟੀਨਿਊਇੰਗ ਐਜੂਕੇਸ਼ਨ। ਕਮਿਸ਼ਨ ਨੇ ਇਹ ਸੁਝਾਅ ਦਿੱਤਾ ਕਿ ਜਿਹੜੀ ਅਡਲਟ ਐਜੂਕੇਸ਼ਨ ਹੈ ਇਹਦੇ ਵਿੱਚ ਨਿਰੰਤਰਤਾ ਹੋਣੀ ਜ਼ਰੂਰੀ ਹੈ, ਕੰਟੀਨਿਊਟੀ ਹੋਣੀ ਜ਼ਰੂਰੀ ਹੈ, ਕਿਉਂਕਿ ਹਰੇਕ ਸੰਸਥਾ ਦੇ ਵਿੱਚ ਨਿਯਮਿਤ ਸਮੇਂ ਤੋਂ ਬਾਅਦ ਜਿਹੜੇ ਬਾਲਗ ਨੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ, ਤਾਂ ਜੋ ਲੋਕ ਸਿੱਖਿਅਤ ਹੋ ਜਾਂਦੇ ਨੇ ਉਹ ਆਪਣੇ ਜਿਹੜੇ ਯਤਨ ਨੇ ਜਾਰੀ ਨਾ ਰੱਖਣ ਤਾਂ ਉਹ ਫਿਰ ਅਨਪੜ੍ਹ ਹੋ ਜਾਣਗੇ। ਇਸ ਕਰਕੇ ਉਹਨਾਂ ਨੂੰ ਵੀ ਜਿਹੜੀ ਐਜੂਕੇਸ਼ਨ ਆ ਉਹ ਕੰਟੀਨਿਊਟੀ ਦੇ ਵਿੱਚ ਹੀ ਦੇਣੀ ਹੈ। ਨੈਕਸਟ ਹੈ ਯੂਜ਼ ਆਫ ਮਾਸ ਮੀਡੀਆ। ਅਡਲਟਸ ਨੂੰ ਐਜੂਕੇਟ ਕਰਨ ਦੇ ਲਈ ਮਾਸ ਮੀਡੀਆ ਦਾ ਜਿਹੜਾ ਬਹੁਤ ਰੋਲ ਇੰਪੋਰਟੈਂਟ ਹੈ ਸਾਡੇ ਲਈ। ਇਸ ਕਰਕੇ ਕਮਿਸ਼ਨ ਨੇ ਸੁਝਾਅ ਦਿੱਤਾ ਕਿ ਅਡਲਟ ਐਜੂਕੇਸ਼ਨ ਦੇ ਲਈ ਜਿਹੜੇ ਜਨ ਸੰਚਾਰ ਦੇ ਸਾਧਨ ਨੇ, ਮਾਸ ਮੀਡੀਆ ਦੇ ਸਾਧਨ ਨੇ, ਜਿਵੇਂ ਕਿ ਰੇਡੀਓ, ਟੈਲੀਵਿਜ਼ਨ, ਇਹਨਾਂ ਦੀ ਜਿਹੜੀ ਵਰਤੋਂ ਉਹ ਵੀ ਕੀਤੀ ਜਾ ਸਕਦੀ ਹੈ। ਫੋਲੋਅਪ ਪ੍ਰੋਗਰਾਮ। ਫੋਲੋਅਪ ਪ੍ਰੋਗਰਾਮ ਮੀਨਸ ਜਿਨ੍ਹਾਂ ਲੋਕਾਂ ਨੂੰ ਅਸੀਂ ਐਜੂਕੇਟ ਕਰ ਰਹੇ ਹਾਂ ਉਹ ਆਪਣੇ ਲੈਵਲ 'ਤੇ ਹੁਣ ਕੀ ਐਫਰਟਸ ਕਰ ਰਹੇ ਨੇ, ਕੀ ਉਹ ਕੁਝ ਸਿੱਖ ਰਹੇ ਨੇ, ਜਾਂ ਜੇ ਅਸੀਂ ਉਹਨਾਂ ਨੂੰ ਕੋਈ ਵੋਕੇਸ਼ਨਲ ਐਜੂਕੇਸ਼ਨ ਦਿੱਤੀ ਸੀ ਕੀ ਉਹ ਉੱਥੇ ਕੰਮ ਸਹੀ ਤਰੀਕੇ ਨਾਲ ਕਰ ਰਹੇ ਨੇ। ਇਹਦੇ ਨਾਲ ਇਹ ਹੋਏਗਾ, ਇੱਕ ਤਾਂ ਲੋਕ ਵੀ ਅਵੇਅਰ ਰਹਿਣਗੇ, ਦੂਸਰਾ ਉਹਨਾਂ ਨੂੰ ਜਿਹੜਾ ਅਸੀਂ ਪਲਾਨ ਬਣਾਇਆ ਹੈ ਉਹ 'ਚ ਅਸੀਂ ਦੇਖਣਾ ਹੈ ਕਿ ਜਿਹੜੀਆਂ ਲਾਇਬ੍ਰੇਰੀਆਂ ਜਾਂ ਯੋਗ ਪਾਠ ਪੁਸਤਕਾਂ ਨੇ ਜਾਂ ਕੋਈ ਜਿਹੜੀ ਹੋਰ ਸਮੱਗਰੀ ਹੈ ਉਹ ਅਵੇਲੇਬਲ ਹੈ ਜਾਂ ਨਹੀਂ। ਇਸ ਕਰਕੇ ਇਕੱਲਾ ਪ੍ਰੋਗਰਾਮ ਚਲਾਉਣਾ ਜ਼ਰੂਰੀ ਨਹੀਂ, ਉਹ 'ਤੇ ਜਿਹੜਾ ਫੋਲੋਅਪ ਪ੍ਰੋਗਰਾਮ ਹੈ ਉਹ ਵੀ ਨਾਲ ਅਪਲਾਈ ਕਰਨਾ ਜ਼ਰੂਰੀ ਹੈ। ਨੈਕਸਟ ਮੇਜਰ ਪੁਆਇੰਟ ਇਜ਼ ਵੂਮਨ ਐਜੂਕੇਸ਼ਨ, ਇਸਤਰੀ ਸਿੱਖਿਆ। ਸਭ ਤੋਂ ਪਹਿਲਾਂ ਹੈ ਵੂਮਨ ਐਜੂਕੇਸ਼ਨ ਐਟ ਡਿਫਰੈਂਟ ਸਟੇਜਸ। ਭਾਵੇਂ ਅਸੀਂ ਪ੍ਰਾਇਮਰੀ ਲੈਵਲ ਦੀ ਗੱਲ ਕਰੀਏ, ਭਾਵੇਂ ਸੈਕੰਡਰੀ ਦੀ, ਭਾਵੇਂ ਯੂਨੀਵਰਸਿਟੀ ਸਟੇਜ ਦੀ, ਤਾਂ ਜਿਹੜੀਆਂ ਔਰਤਾਂ ਨੇ, ਲੜਕੀਆਂ ਨੇ, ਉਹਨਾਂ ਦੀ ਐਜੂਕੇਸ਼ਨ ਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ। ਨੈਕਸਟ ਹੈ ਜਿਹੜਾ ਕਰੀਕੂਲਮ, ਉਹ ਇਹਨਾਂ ਦੀਆਂ ਲੋੜਾਂ ਦੇ ਅਕੋਰਡਿੰਗ ਇਸ ਤਰੀਕੇ ਨਾਲ ਨਹੀਂ ਕਿ ਉਹ ਲੜਕੀਆਂ ਨੇ ਅਤੇ ਉਹ ਲੜਕੇ ਨੇ, ਇਸ ਤਰੀਕੇ ਨਾਲ ਨਹੀਂ ਕੋਈ ਫਰਕ ਕੀਤਾ ਜਾਣਾ ਚਾਹੀਦਾ। ਕਿਉਂਕਿ ਹੋਮ ਸਾਇੰਸ ਦੀ ਜਿਹੜੀ ਸਿਫਾਰਿਸ਼ ਹੈ ਜ਼ਰੂਰ ਕੀਤੀ ਸੀ ਪਾਠਕ੍ਰਮ ਦੇ ਵਿੱਚ, ਕਿਉਂਕਿ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਟ੍ਰੇਡਸ ਕਹਿ ਲਓ, ਵਰਕ ਕਹਿ ਲਓ, ਉਹ ਬॉयਜ਼ ਦੇ ਅਕੋਰਡਿੰਗ ਡਿਫਰੈਂਟ ਹੁੰਦੇ ਨੇ। ਵੂਮਨ ਟੀਚਰ, ਉਹਨਾਂ ਨੂੰ ਪੜ੍ਹਾਉਣ ਦੇ ਲਈ ਜਿਹੜੇ ਲੇਡੀ ਅਧਿਆਪਕ ਨੇ, ਇਸਤਰੀ ਅਧਿਆਪਕ ਨੇ, ਉਹੀ ਰੱਖੇ ਜਾਣੇ ਚਾਹੀਦੇ ਨੇ ਤਾਂ ਜੋ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲੇ। ਨੈਕਸਟ ਹੈ ਐਜੂਕੇਸ਼ਨ ਫॉर ਸ਼ਡਿਊਲਡ ਕਾਸਟ ਐਂਡ ਟਰਾਈਬਸ, ਅਨੁਸੂਚਿਤ ਅਤੇ ਜਨਜਾਤੀ ਸਿੱਖਿਆ। ਸਭ ਤੋਂ ਪਹਿਲਾਂ ਤਾਂ ਜਿਹੜੀ ਉਹਨਾਂ ਦੀ ਪ੍ਰਾਇਮਰੀ ਐਜੂਕੇਸ਼ਨ ਹੈ ਉਹਦੇ ਬਾਰੇ ਸੁਝਾਅ ਦਿੱਤਾ ਕਿ ਇਹ ਵੈਲ ਆਰਗੇਨਾਈਜ਼ਡ ਹੋਣੀ ਚਾਹੀਦੀ ਹੈ ਅਤੇ ਰਿਹਾਇਸ਼ੀ ਖੇਤਰਾਂ ਦੇ ਵਿੱਚ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਸਕੂਲ ਨੇ ਉਹ ਖੋਲ੍ਹੇ ਜਾਣੇ ਚਾਹੀਦੇ ਨੇ। ਹਾਇਰ ਐਜੂਕੇਸ਼ਨ, ਕਮਿਸ਼ਨ ਨੇ ਸਿਫਾਰਿਸ਼ ਕੀਤੀ ਕਿ ਬੱਚਿਆਂ ਦੀ ਜਿਹੜੀ ਸੈਕੰਡਰੀ ਐਜੂਕੇਸ਼ਨ ਹੈ ਉਹਦੇ ਵਿੱਚ ਭੂਮਿਕਾ ਵਧਾਉਣ ਦੇ ਲਈ ਜਿਹੜੇ ਹੋਰ ਸੈਕੰਡਰੀ ਸਕੂਲ ਨੇ ਉਹਨਾਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਹਾਇਰ ਐਜੂਕੇਸ਼ਨ, ਇਹਦੇ ਵਿੱਚ ਕਮਿਸ਼ਨ ਨੇ ਸੁਝਾਅ ਦਿੱਤਾ ਕਿ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਦੀ ਜਿਹੜੀ ਪਾਰਟੀਸਪੇਸ਼ਨ ਹੈ ਉਹ ਵਧਾਉਣੀ ਜ਼ਰੂਰੀ ਹੈ। ਇਸ ਕਰਕੇ ਉਹਨਾਂ ਨੂੰ ਜਿਹੜੀ ਹਾਇਰ ਐਜੂਕੇਸ਼ਨ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਨੇ ਉਹ ਫ੍ਰੀ ਆਫ ਕਾਸਟ ਉਪਲਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ। ਟੀਚਰ, ਫਿਰ ਜਿਹੜੇ ਅਧਿਆਪਕ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਦੀ ਸਿੱਖਿਆ ਨਾਲ ਜੁੜੇ ਹੋਏ ਹਨ ਉਹਨਾਂ ਦੇ ਲਈ ਜਿਹੜਾ ਵੱਖਰਾ ਕਾਡਰ ਹੈ, ਮੀਨਸ ਸੈਪਰੇਟ ਕਾਡਰ ਬਣਾਇਆ ਜਾਣਾ ਚਾਹੀਦਾ ਹੈ। ਨੈਕਸਟ ਹੈ 13 ਪੁਆਇੰਟ ਮੋਰਲ ਐਂਡ ਸਪਿਰਿਚੁਅਲ ਐਜੂਕੇਸ਼ਨ, ਨੈਤਿਕ ਅਤੇ ਅਧਿਆਤਮਕ ਸਿੱਖਿਆ। ਫਸਟ ਇਹਦੇ 'ਚ ਹੈ ਇੰਟੈਗਰਲ ਪਾਰਟ ਆਫ ਐਜੂਕੇਸ਼ਨ। ਜਿਹੜੀ ਮੋਰਲ ਐਜੂਕੇਸ਼ਨ ਹੈ ਉਹ ਸਕੂਲੀ ਸਿੱਖਿਆ ਦਾ ਇੱਕ ਅਨਿੱਖੜਵਾਂ ਅੰਗ ਹੋਣੀ ਚਾਹੀਦੀ ਹੈ, ਮੀਨਸ ਕਿ ਅਸੀਂ ਇਹਨੂੰ ਸੈਪਰੇਟ ਨਹੀਂ ਕਰ ਸਕਦੇ। ਕਮਿਸ਼ਨ ਨੇ ਇਹ ਸੁਝਾਅ ਦਿੱਤਾ ਸੀ ਪਹਿਲਾ। ਦੂਸਰਾ ਹੈ ਐਜੂਕੇਸ਼ਨ ਸ਼ੁੱਡ ਬੀ ਬੇਸਡ ਔਨ ਕਾਮਨ ਵੈਲਿਊਜ਼। ਜਿਹੜੀ ਐਜੂਕੇਸ਼ਨ ਦਿੱਤੀ ਜਾਣੀ ਹੈ ਬੱਚਿਆਂ ਨੂੰ, ਇਹ ਸੁਝਾਅ ਦਿੱਤਾ ਸੀ ਕਿ ਸਾਰੇ ਧਰਮਾਂ ਨੂੰ ਬਰਾਬਰ ਦੀ ਥਾਂ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਿਹੜੀਆਂ ਕਾਮਨ ਵੈਲਿਊਜ਼ ਨੇ ਉਹਨਾਂ ਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੀ ਇੰਪੋਰਟੈਂਟ ਪਲੇਸ ਆ ਉਹ ਦਿੱਤੀ ਜਾਣੀ ਚਾਹੀਦੀ ਹੈ। ਪਲੇਸ ਇਨ ਟਾਈਮ ਟੇਬਲ, ਕਮਿਸ਼ਨ ਨੇ ਅਗਲੀ ਸਿਫਾਰਿਸ਼ ਇਹ ਕੀਤੀ ਸੀ ਕਿ ਟਾਈਮ ਟੇਬਲ ਦੇ ਵਿੱਚ ਜਿਹੜੀ ਮੋਰਲ ਅਤੇ ਸਪਿਰਿਚੁਅਲ ਐਜੂਕੇਸ਼ਨ ਹੈ ਇਹਦੇ ਲਈ ਜਿਹੜਾ ਸੈਪਰੇਟ ਪੀਰੀਅਡ ਹੈ ਉਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਐਜੂਕੇਸ਼ਨ ਅਬਾਊਟ ਰਿਲੀਜਨਸ, ਕਮਿਸ਼ਨ ਨੇ ਅਗਲੀ ਸਿਫਾਰਿਸ਼ ਇਹ ਕੀਤੀ ਸੀ ਕਿ ਸਕੂਲ ਵਿੱਚ ਸਾਰੇ ਧਰਮਾਂ ਦੇ ਸਮਾਨ ਰੂਪ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹ ਦਿੱਤੀ ਜਾਵੇ ਤਾਂ ਜੋ ਸਾਰੇ ਧਰਮਾਂ ਦੇ ਬੱਚਿਆਂ ਦੇ ਵਿਚਕਾਰ ਜਿਹੜਾ ਆਪਸ ਦੇ ਵਿੱਚ ਮੇਲ ਜੋਲ ਹੈ ਅਤੇ ਪਿਆਰ ਉਹ ਵੱਧ ਸਕੇ। ਨੈਕਸਟ 14 ਪੁਆਇੰਟ ਇਜ਼ ਹਾਇਰ ਐਜੂਕੇਸ਼ਨ, ਉਚੇਰੀ ਸਿੱਖਿਆ। ਸਭ ਤੋਂ ਪਹਿਲਾਂ ਡਿਵੈਲਪਮੈਂਟ ਐਂਡ ਰਿਫਾਰਮਸ ਆਫ ਯੂਨੀਵਰਸਿਟੀਜ਼। ਯੂਨੀਵਰਸਿਟੀਆਂ ਦਾ ਵਿਕਾਸ ਕਰਨਾ ਹੈ ਅਤੇ ਸੁਧਾਰ ਕਰਨਾ ਹੈ। ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਹਰੇਕ ਜਿਹੜੀਆਂ
उत्तम यूनिवर्सिटियां ने उन्हां दे विच अध्ययन केंद्रां की जिहड़ी स्थापना वो की जानी चाहिए है। विद्यार्थियों नूं हायर एजुकेशन लैण दे लई जेकर असीं मोटिवेट करना तो पोस्ट ग्रैजुएट लैवल ते जिहड़ा वजीफा है वह बच्चे नूं दिता जाना चाहिए है। नैक्सट है सिलैक्टिव एडमिशन सिस्टम ਜਾਂ एडमिशन प्रोसैस। कमीशन ने अगला सुझाव ये दिता कि जी हायर एजुकेशन है वो जदों दाखला लैना है तो चोण प्रणाली नाल सिलैक्टिव सिस्टम के नाल होना चाहिए है। ये सिर्फ जोड़े योग विद्यार्थी ने तो जोड़े स्टडी के विच एबल ने स्टडी नूं प्यार करने वाले ने जां उस प्रोफैशन के जाना चाहते हैं सिर्फ उही इस फील्ड के विच जाणगे। नैक्सट है साइंस एजुकेशन विज्ञान की सिक्ख्या। कमीशन ने अगला सुझाव ये दिता कि हाई लैवल ते जिहड़ी साइंस की एजुकेशन है वो इंप्रूवमेंट की जाए। सोशल साइंस ते ह्यूमैनिटी दे विच जिहड़े साइंस के कुछ पार्ट नूं शामिल करने की सिफारिश भी की जो साइंस की जिहड़ी होर प्रोग्रैस है हो सके। न्यू यूनिवर्सिटीज़। कमीशन का अगला सुझाव ये कि यूनिवर्सिटियां ते कॉलेजां नूं जिहड़ी ऑटोनोमस है खुद मुख्तियारी भी देनी है तो जो अपना काम सफलतापूर्वक कर सकन ते नाल नाल जिहड़ियां नवीआं यूनिवर्सिटीज़ ने वो खोलियां जाण उत्थे खोलनियां ने जिथे हायर एजुकेशन की बहुत ज़्यादा डिमांड है। मीनस उन्होंने एरिया के जो न्यू यूनिवर्सिटीज़ ने वो खोलियां जान। फाइनैंशियल एड। कमीशन ने भी सिफारिश की कि राज्य सरकार अपने राज दी जिहड़ियां यूनिवर्सिटियां ने उन्होंने जिहड़ी फाइनैंशियल एड है वित्ती सहायता वो आप देणगियां तो यूजीसी नूं केंद्री सरकार तो जिहड़ी ग्रांट मिलती है उसका प्रयोग यूनिवर्सिटियां के काम ते ही यूनिवर्सिटियां के विकास ते ही लगाया जाना चाहिए है। नैक्सट है स्टूडेंट्स वैलफेयर विद्यार्थियों की भलाई। ये सब तो पहला है हैल्थ फैसिलिटीज़। कमीशन ने सुझाव दिता कि हरेक यूनिवर्सिटी है जी कॉलेज तो स्कूल के विद्यार्थियों की समय समय पर सेहत की जी जाँच है होनी जरूरी है। गाइडेंस एंड काउंसलिंग। कमीशन ने अगला सुझाव ये दिता कि सैकेंडरी स्कूलों तो यूनिवर्सिटियों में चलाए जा रहे अगवाई तो जोड़े गाइडेंस सेवावां ने उन्होंने होर विस्तार किया जाना चाहिए है तो जो विद्यार्थी ने फ्यूचर के जोड़ा भी वो कोर्स चूज़ करना चाहते हैं उन्होंने ईजीली चूज़ कर सकन। नैक्सट हॉस्टल फैसिलिटीज़। कमीशन का अगला सुझाव ये कि यूनिवर्सिटियां ते कॉलेज अपने लैवल ते बच्चों की जी गिनती निश्चित गिनती है वो अकॉर्डिंग हॉस्टलों की जी व्यवस्था उन्होंने होनी चाहिए है तो जो विद्यार्थी दूर दुराडे तो आने वाले ने वो डेली नहीं आ सकणगे तो वो जी हॉस्टल की फैसिलिटी उन्होंने लै सकन। स्टूडेंट्स यूनियन। कमीशन ने अगला सुझाव ये दिता कि विद्यार्थियों को यूनियन बनाने के लिए मोटिवेट किया जाना चाहिए है। नैक्सट मेजर पॉइंट इज़ एक्सपेंशन ऑफ स्कूल एजुकेशन स्कूल सिक्ख्या का प्रसार। सब तो पहले प्री प्राइमरी एजुकेशन कमीशन ने सिफारिश की कि प्री प्राइमरी सिक्ख्या के प्रबंध के लिए स्टेट लैवल पर एक जी सिक्ख्या संस्था वो स्थापित की जानी चाहिए है तो हरेक जिले के एक जो सेंटर खोलिया जाना चाहिए है जिन्हें जी प्री प्राइमरी एजुकेशन है असी वह जो किन्ना क प्रसार हो रहा है वो जजमेंट कर सकीए अंदाज़ा लगा सकीए। नैक्सट है प्राइमरी एजुकेशन। कमीशन ने यह सुझाव दिता सी कि जदों बच्चा जोड़ा स्कूल पढ़न लग जाता है तो उन्होंने 5 साल की मीनस जी प्राइमरी एजुकेशन है वो इफैक्टिवली बिल्कुल फ्री तो वो कंपलसरी प्राप्त होनी चाहिए वो बच्चे को तो जो बच्चा वो सही तरीके नाल अपनी जी एजुकेशन उन्होंने कंप्लीट कर सके। तो जोड़े लोअर प्राइमरी स्कूल ने वो 1 मील के घेरे के तो जोड़े अपर प्राइमरी स्कूल ने वो 1 तो 3 मील के घेरे के होने चाहिए ने तो जोड़े बच्चे ने छोटे ने उन्होंने ज़्यादा दूर तक तुर के ना जाना पवे। नैक्सट है सैकेंडरी एजुकेशन। कमीशन का अगला सुझाव ये कि जी सैकेंडरी सिक्ख्या वो मौके की समानता लियाने लिए जोड़े एफर्ट्स ने वो किए जाने चाहिए हैं तो जो सारे जो इक्वल अपॉर्चुनिटीज़ ने वो मिलन। कमीशन ने यह भी सिफारिश की कि सैकेंडरी एजुकेशन है जी वो वोकेशनलाइजेशन करनी चाहिए है मीनस कि उत्थे कित्ते की सिक्ख्या देनी चाहिए है तो इस गल को यकीनी भी बनाया जाना चाहिए कि हाई स्कूल के 20% तो हायर सैकेंडरी पद्धर से जोड़े 50% विद्यार्थी ने वो जी वोकेशनल एजुकेशन वो प्राप्त कर लैन तो जो बच्चे जेकर अगे स्टडी किसी भी रीजन करके नहीं कर सकणगे वो अपना जोड़ा काम है वो कर सकन। नैक्सट है गाइडेंस एंड काउंसलिंग अगवाई अते सलाह। सब तो पहला है एन इंटैगरल पार्ट ऑफ एजुकेशन। गाइडेंस एंड काउंसलिंग नूं एजुकेशन का एक जो अनिखड़वां अंग है वो बनाया जाना चाहिए है तो जो जोड़े बच्चे ने सी उन्होंने सही तरीके नाल जिहड़ी प्रॉपर गाइडेंस है वो असीं टाइम टू टाइम प्रोवाइड कर सकीए। अगे है गाइडेंस एट प्राइमरी लैवल। कमीशन ने सुझाव दिता कि गाइडेंस ते काउंसलिंग बहुत ही इंपॉर्टेंट है इस करके इनू प्राइमरी लैवल के उपर ही शुरू कर दिता जाना चाहिए है। नैक्सट है गाइडेंस एट सैकेंडरी लैवल। कमीशन ने अगला सुझाव ये दिता सी कि हायर सैकेंडरी में जो बच्चे ने सबजैक्ट्स की चोण करनी होंगी है तो उदों बच्चों को गाइडेंस की जरूरत है वो पैंदी है। इस करके
ਕਮਿਸ਼ਨ ਨੇ ਇਹ ਸਲਾਹ ਦਿੱਤੀ ਕਿ 10 ਸਕੂਲਾਂ ਦੇ ਲਈ ਘੱਟੋ ਘੱਟ ਜਿਹੜਾ ਇੱਕ ਕਾਉਂਸਲਰ ਆ ਉਹ ਜ਼ਰੂਰ ਅਪਾਇੰਟ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਟ੍ਰੇਨਿੰਗ ਫॉर ਟੀਚਰਸ। ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ ਨੂੰ ਟੀਚਰ ਟ੍ਰੇਨਿੰਗ ਦਾ ਜਦੋਂ ਕੋਰਸ ਹੈ ਉਹਦੇ ਦੌਰਾਨ ਇਹ ਗਾਈਡੈਂਸ ਤੇ ਕਾਉਂਸਲਿੰਗ ਕੀ ਹੁੰਦੀ ਹੈ, ਇਹਦੇ ਬੇਸਿਕ ਪ੍ਰਿੰਸੀਪਲਸ ਕਿਹੜੇ ਹੁੰਦੇ ਨੇ, ਕੀ ਪ੍ਰੋਸੈਸ ਹੈ ਇਹਦਾ, ਤੇ ਇਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਹੈ ਉਹ ਪਹਿਲਾਂ ਹੀ ਦੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਜਿਹੜੇ ਅਧਿਆਪਕ ਨੇ ਉਹ ਸਹੀ ਤਰੀਕੇ ਨਾਲ ਬੱਚਿਆਂ ਨੂੰ ਜਿਹੜੀ ਗਾਈਡੈਂਸ ਤੇ ਕਾਉਂਸਲਿੰਗ ਹੈ ਉਹ ਪ੍ਰੋਵਾਈਡ ਕਰਵਾ ਸਕਣ। ਨੈਕਸਟ ਹੈ ਐਡਮਿਨਿਸਟ੍ਰੇਸ਼ਨ ਐਂਡ ਇਨਸਪੈਕਸ਼ਨ, ਪ੍ਰਸ਼ਾਸਨ ਅਤੇ ਨਿਰੀਖਣ। ਇਹ 18th ਪੁਆਇੰਟ ਹੈ, ਲਾਸਟ ਪੁਆਇੰਟ ਹੈ। ਸੈਪਰੇਸ਼ਨ ਆਫ ਇਨਸਪੈਕਸ਼ਨ ਐਂਡ ਫਰੋਮ ਐਡਮਿਨਿਸਟ੍ਰੇਸ਼ਨ। ਇਨਸਪੈਕਸ਼ਨ ਤੇ ਐਡਮਿਨਿਸਟ੍ਰੇਸ਼ਨ ਦੋ ਸੈਪਰੇਟ ਵਰਡ ਨੇ। ਇਹ ਕਮਿਸ਼ਨ ਨੇ ਸੁਝਾਅ ਦਿੱਤਾ ਸੀ ਕਿ ਇਨਸਪੈਕਸ਼ਨ ਹੁੰਦਾ ਹੈ ਵਿਜ਼ਿਟ ਕਰਨ ਜਾਣਾ, ਕੋਈ ਵੀ ਜਦੋਂ ਅਸੀਂ ਗੱਲ ਕਰਕੇ ਇਨਸਪੈਕਸ਼ਨ ਟੀਮ ਆਈ ਹੈ ਨਿਰੀਖਣ ਕਰਨ ਜਾਣਾ, ਉਹ ਐਡਮਿਨਿਸਟ੍ਰੇਸ਼ਨ ਹੁੰਦਾ ਪ੍ਰਬੰਧ। ਕਮਿਸ਼ਨ ਨੇ ਇਹ ਸੁਝਾਅ ਦਿੱਤਾ ਸੀ ਕਿ ਇਹਨਾਂ ਦੋਵਾਂ ਨੂੰ ਵੱਖਰਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਨਿਰੀਖਣ ਨੂੰ ਜਦੋਂ ਅਸੀਂ ਵੱਖ ਰੱਖਾਂਗੇ ਤਾਂ ਜ਼ਿਲ੍ਹਾ ਪੱਧਰ ਤੇ ਐਡਮਿਨਿਸਟ੍ਰੇਸ਼ਨ ਦੀ ਦੇਖਭਾਲ ਦਾ ਜਿਹੜਾ ਜ਼ਿੰਮੇਵਾਰ ਹੈ ਉਹ ਸਕੂਲ ਬੋਰਡ ਦਾ ਹੋਏਗਾ ਤੇ ਨਿਰੀਖਣ ਦਾ ਜਿਹੜਾ ਕੰਮ ਹੈ ਉਹ ਜਿੰਨੇ ਵੀ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਉਹਨਾਂ ਦੇ ਅੰਡਰ ਕੰਮ ਆਏਗਾ। ਟਾਈਪਸ ਆਫ ਇਨਸਪੈਕਸ਼ਨ। ਕਮਿਸ਼ਨ ਨੇ ਸਿਫਾਰਿਸ਼ ਕੀਤੀ ਕਿ ਐਡਮਿਨਿਸਟ੍ਰੇਟਿਵ ਲੈਵਲ ਤੇ ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ ਦਾ ਨਿਰੀਖਣ ਜ਼ਿਲ੍ਹਾ ਸਿੱਖਿਆ ਬੋਰਡ ਕਰੇਗਾ ਤੇ ਜਿਹੜੇ ਸੈਕੰਡਰੀ ਸਕੂਲ ਨੇ ਉਹਨਾਂ ਦਾ ਸਿੱਖਿਆ ਵਿਭਾਗ ਵੱਲੋਂ ਜਿਹੜੀ ਇਨਸਪੈਕਸ਼ਨ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਨੈਸ਼ਨਲ ਬੋਰਡ ਆਫ ਸਕੂਲ ਐਜੂਕੇਸ਼ਨ। ਕਮਿਸ਼ਨ ਨੇ ਸਿਫਾਰਿਸ਼ ਕੀਤੀ ਕਿ ਸੈਂਟਰ ਲੈਵਲ ਤੇ ਜਿਹੜਾ ਨੈਸ਼ਨਲ ਬੋਰਡ ਆਫ ਸਕੂਲ ਐਜੂਕੇਸ਼ਨ ਹੈ ਉਹਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਜਿਹਦਾ ਜਿਹੜਾ ਕੰਮ ਹੈ ਐਜੂਕੇਸ਼ਨ ਦਾ ਜਿਹੜਾ ਡਿਪਾਰਟਮੈਂਟ ਹੈ ਸਿੱਖਿਆ ਮੰਤਰਾਲਾ ਹੈ ਉਹਨਾਂ ਨੂੰ ਸਕੂਲਾਂ ਦੇ ਮਾਮਲਿਆਂ ਤੇ ਸਲਾਹ ਦੇਣਾ ਹੋਵੇ ਤਾਂ ਜੋ ਸਕੂਲਾਂ ਦੇ ਕੋਈ ਵੀ ਮਸਲੇ ਨੇ, ਕੋਈ ਪ੍ਰੋਬਲਮਸ ਨੇ, ਉਹਨਾਂ ਤੇ ਇਹ ਜਿਹੜੀ ਸਲਾਹ ਹੈ ਉਹ ਪ੍ਰੋਵਾਈਡ ਕਰ ਸਕੇ। ਕੌਣ? ਨੈਸ਼ਨਲ ਬੋਰਡ ਆਫ ਸਕੂਲ ਐਜੂਕੇਸ਼ਨ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵਾਲਾ ਜਿਹੜਾ ਟੌਪਿਕ ਹੈ ਸਹੀ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇਗਾ। ਫਿਰ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਨੈਕਸਟ ਟਾਈਮ ਤੋਂ ਮੈਂ ਤੁਹਾਡੇ ਲਈ ਹੋਰ ਜਿਹੜੀ ਬੈਸਟ ਵੀਡੀਓ ਬਣਾ ਸਕਾਂ। ਥੈਂਕਸ ਫॉर ਵਾਚਿੰਗ।